ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅੱਜ ਹਰ ਪਾਸੇ ਬਹਿਸ ਹੋ ਰਹੀ ਹੈ ਪੰਜਾਬ ਦੇ ਭਵਿੱਖ ਨੂੰ ਲੈ ਕੇ, ਪੰਜਾਬ ਦੇ ਵਰਤਮਾਨ ਨੂੰ ਲੈ ਕੇ। ਕੁਝ ਲੋਕ ਇਤਿਹਾਸ ਵੱਲ ਵੀ ਗੱਲ ਕਰ ਰਹੇ ਨੇ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਅਜਿਹਾ ਕੀਤਾ ਨਹੀਂ ਜਿਹੜਾ ਕਰਨਾ ਚਾਹੀਦਾ ਸੀ ਉਹਨਾਂ ਨੂੰ ਆਪਣੇ ਸਮੇਂ ਦੇ ਵਿੱਚ। ਇਸ ਕਰਕੇ ਅੱਜ ਇਹ ਮੁਸ਼ਕਿਲਾਂ, ਇਹ ਮੁਸੀਬਤਾਂ ਸਾਹਮਣੇ ਨੇ ਤੇ ਆਉਣ ਵਾਲਾ ਭਵਿੱਖ ਪਤਾ ਨਹੀਂ ਕੀ ਹੋਏਗਾ। ਮਾਹਿਰ ਕਹਿੰਦੇ ਨੇ ਕਿ ਜੇ ਇਹੀ ਸਥਿਤੀ ਰਹੀ ਤਾਂ ਪੰਜਾਬ ਦੀ ਇਕਨੋਮੀ ਦੇ ਉੱਤੇ ਖਤਰਾ ਮੰਡਰਾ ਰਿਹਾ ਹੈ, ਕਿਉਂਕਿ ਕਰਜ਼ਾ ਬਹੁਤ ਜ਼ਿਆਦਾ ਹੈ ਤੇ ਅਸੀਂ ਕੋਈ ਖਾਸ ਵਸੀਲਾ ਨਹੀਂ ਅਪਣਾ ਰਹੇ ਕਿ ਇਸ ਕਰਜ਼ੇ ਤੋਂ ਬਾਹਰ ਕਿਵੇਂ ਨਿਕਲਣਾ ਹੈ ਤੇ ਆਪਣੀ ਇਕਨੋਮੀ ਨੂੰ ਸਟਰੋਂਗ ਕਿਵੇਂ ਕਰਨਾ ਹੈ। ਲੋਕ ਗੁੱਸੇ ਨਾਲ ਵੀ ਭਰੇ ਹੋਏ ਨੇ, ਲੋਕ ਅੱਕੇ ਵੀ ਪਏ ਨੇ। ਸੱਚੇ ਨੇ ਲੋਕ, ਕਿਉਂਕਿ ਇੱਕ ਬਹੁਤ ਜ਼ਿਆਦਾ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਨੂੰ ਲੈ ਕੇ ਆਏ ਨੇ ਸੱਤਾ ਦੇ ਵਿੱਚ ਤਾਂ ਕਿ ਉਹਨਾਂ ਦਾ ਸਮਾਂ ਬਦਲੇਗਾ, ਪਰ ਸਮਾਂ ਕਿਤੇ ਬਦਲਦਾ ਨਜ਼ਰ ਨਹੀਂ ਆ ਰਿਹਾ। ਆਮ ਆਦਮੀ ਪਾਰਟੀ ਲਗਾਤਾਰ ਕਹਿ ਰਹੀ ਹੈ ਕਿ ਸਾਨੂੰ ਕੁਝ ਵਕਤ ਦਿਓ, ਸਾਨੂੰ ਕੁਝ ਵਕਤ ਦਿਓ। ਅਸੀਂ ਕੋਈ ਜਾਦੂ ਥੋੜ੍ਹਾ ਕਰ ਦੇਣਾ ਹੈ, ਸਾਨੂੰ ਟਾਈਮ ਲੱਗੂਗਾ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸਾਰਾ ਕੰਮ ਵਿਗਾੜਿਆ ਹੋਇਆ। ਇਸ ਕਰਕੇ ਸਾਡੇ ਹੱਥ ਵੱਸ ਕੁਝ ਨਹੀਂ ਹੈ, ਔਰ ਜਿੰਨਾ ਹੱਥ ਵੱਸ ਹੈ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਸਾਨੂੰ ਵਕਤ ਦਿਓ। ਲੋਕ ਕਹਿੰਦੇ ਨੇ ਹੋਰ ਕਿੰਨਾ ਕੁ ਵਕਤ ਦਿੱਤਾ ਜਾਵੇ, ਕਿਉਂਕਿ ਵਕਤ ਆਲਰੇਡੀ ਬਹੁਤ ਜ਼ਿਆਦਾ ਹੋ ਚੁੱਕਾ ਹੈ। ਵਕਤ ਕਿਤੇ ਨਾ ਕਿਤੇ ਸਾਡੇ ਹੱਥੋਂ ਨਿਕਲਦਾ ਪਿਆ। ਅਸੀਂ ਦੇਖੀਏ ਪੰਜਾਬ ਦਾ ਇਤਿਹਾਸ। ਗਦਰ ਪਾਰਟੀ ਵੇਲੇ ਅਸੀਂ ਕੁਰਬਾਨੀਆਂ ਦਿੱਤੀਆਂ ਨੇ, ਜ਼ਿਲ੍ਹਿਆਂਵਾਲੇ ਬਾਗ ਵਿੱਚ ਅਸੀਂ ਕੁਰਬਾਨੀਆਂ ਦਿੱਤੀਆਂ। ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ, ਅਸੀਂ ਕੁਰਬਾਨੀਆਂ ਦਿੱਤੀਆਂ। 1947 ਦੀ ਵੰਡ ਬੇਸ਼ੱਕ ਪੰਜਾਬ ਦੀ ਹੀ ਵੰਡ ਸੀ ਜੋ ਪਾਕਿਸਤਾਨ ਬਣਿਆ। 1980 ਦਾ ਦੌਰ ਦੇਖਿਆ। 1984 ਦੇ ਵਿੱਚ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਅਸੀਂ ਕਾਰਵਾਈ ਦੇਖੀ। ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦਾ ਘਟਨਾਕ੍ਰਮ ਹੋਇਆ ਤੇ ਉਸ ਤੋਂ ਬਾਅਦ ਕਾਨਪੁਰ ਤੇ ਦਿੱਲੀ ਦੇ ਵਿੱਚ ਜੋ ਦੰਗੇ ਹੋਏ ਨੇ, ਜੋ ਕਤਲੇਆਮ ਹੋਇਆ ਹੈ, ਉਹ ਵੀ ਅਸੀਂ ਮੰਜ਼ਰ ਦੇਖਿਆ ਹੈ। 7-8 ਸਾਲ ਤੋਂ ਬੇਅਦਬੀ ਚੱਲ ਰਹੀ ਹੈ, ਨਸ਼ੇ ਵਧੇ ਹੋਏ ਨੇ, ਗੈਂਗ ਵੱਧ ਗਏ ਨੇ, ਪ੍ਰਵਾਸ ਵੱਧ ਗਿਆ, ਮਾਈਗ੍ਰੇਟ ਹੋ ਰਹੇ ਨੇ ਲੋਕ, ਔਰ ਬੇਅਦਬੀ ਦਾ ਮਾਮਲਾ ਵਧਿਆ ਹੋਇਆ ਕਿਉਂਕਿ ਇਹ ਕਾਫੀ ਜ਼ਿਆਦਾ ਅਸੀਂ ਦੇਖਣ ਨੂੰ ਮਿਲਦਾ ਹੈ। ਗਾਹੇ ਬਗਾਹੇ ਕਿਸੇ ਨਾ ਗੱਲ ਦੇ ਵਿੱਚ, ਕਿਸੇ ਨਾ ਕਿਸੇ ਬਾਤ ਦੇ ਵਿੱਚ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਅਸੀਂ ਕਰ ਕੀ ਰਹੇ ਹਾਂ। ਗੁਰੂ ਸਾਹਿਬਾਨ ਦੀ ਧਰਤੀ ਦੇ ਉੱਤੇ ਇਹ ਸਾਡਾ ਵਤੀਰਾ ਕੀ ਹੈ, ਇਹ ਸਾਡਾ ਬਿਹੇਵੀਅਰ ਕੀ ਹੈ। ਜਸਟਿਸ ਲੋਕਾਂ ਦਾ ਉੱਠ ਚੁੱਕਾ ਹੈ ਵਿਸ਼ਵਾਸ ਕੋਰਟ ਆਫ ਲਾਅ ਤੋਂ ਕਿ ਪਤਾ ਨਹੀਂ ਉੱਥੇ ਵੀ ਗਵਾਹ ਨਹੀਂ ਪਹੁੰਚਦੇ, ਸਬੂਤ ਨਹੀਂ ਪਹੁੰਚਦੇ, ਜਸਟਿਸ ਹੋਏਗਾ ਕਿ ਨਹੀਂ ਹੋਏਗਾ। ਰੂਲ ਆਫ ਲਾਅ ਅਸੀਂ ਹਮੇਸ਼ਾ ਦੇਖਦੇ ਹਾਂ, ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਦੇ ਨੇ। ਅਰਾਜਕਤਾ ਫੈਲੀ ਹੋਈ ਹੈ ਹਰ ਪਾਸੇ, ਕਿਓਸ ਹੈ, ਡਿਸਆਰਡਰ ਹੈ, ਅਸੀਂ ਦੇਖਦੇ ਪਏ ਹਾਂ। ਔਰ ਐਡਮਿਨਿਸਟ੍ਰੇਸ਼ਨ ਦਾ ਜੋ ਹਾਲ ਹੈ ਅਸੀਂ ਦੇਖਦੇ ਪਏ ਹਾਂ, ਲਾਅ ਐਂਡ ਆਰਡਰ ਦਾ ਜੋ ਹਾਲ ਹੈ ਅਸੀਂ ਦੇਖਦੇ ਪਏ ਹਾਂ। ਰਿਸ਼ਵਤਖੋਰੀ ਵਧੀ ਹੋਈ ਹੈ ਸਿਆਸਤ ਦੇ ਵਿੱਚ, ਪਰਿਵਾਰਵਾਦ ਵਧਿਆ ਹੋਇਆ ਸਿਆਸਤ ਦੇ ਵਿੱਚ। ਦੌਲਤ ਦੇ ਅੰਬਾਰ ਲਗਾਉਣ ਵਾਲੇ ਦੌਲਤ ਦੇ ਅੰਬਾਰ ਲਗਾਈ ਜਾਂਦੇ ਨੇ, ਔਰ ਜੋ ਬੇਰੁਜ਼ਗਾਰ ਨੇ ਉਹ ਧਰਨਿਆਂ 'ਤੇ ਬੈਠਦੇ ਨੇ। ਜਿਨ੍ਹਾਂ ਦਾ ਹੱਥ ਕੁਝ ਨਹੀਂ ਹੈ, ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈ, ਉਹ ਧਰਨਿਆਂ 'ਤੇ ਬੈਠਦੇ ਨੇ। ਸਾਰਾ ਬਣਿਆ ਹੋਇਆ ਹੈ ਇਸ ਵਕਤ ਵਾਤਾਵਰਣ। ਅਤੇ ਸਰਕਾਰ ਅਤੇ ਸਮਾਜ, ਸਰਕਾਰ ਅਤੇ ਲੋਕਾਂ ਦੇ ਵਿੱਚ ਜਿਹੜਾ ਸੰਵਾਦ ਚਾਹੀਦਾ ਹੈ ਉਹ ਦੂਰੀ ਵੱਧ ਚੁੱਕੀ ਹੈ, ਜੋ ਕਿ ਡੈਮੋਕ੍ਰੇਸੀ ਦੇ ਬਿਲਕੁਲ ਉਲਟ ਹੈ, ਜਦਕਿ ਸੰਵਾਦ ਲਗਾਤਾਰ ਹੋਣਾ ਚਾਹੀਦਾ ਹੈ। ਇਹ ਸਾਰੀਆਂ ਕੰਡੀਸ਼ਨਸ ਦੇ ਵਿੱਚ, ਇਹਨਾਂ ਸਾਰੇ ਹਾਲਾਤ ਦੇ ਵਿੱਚ ਇਕੋਨਮੀ ਕਿੱਥੇ ਖੜੀ ਹੈ, ਕਿੱਦਾਂ ਪਰਫਾਰਮ ਕਰ ਰਹੀ ਹੈ, ਉਸ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਕਾਰਪੋਰੇਟ ਲੀਡਰ ਸੰਜੀਵ ਗੁਪਤਾ। ਵੈਲਕਮ ਟੂ ਪੰਜਾਬ ਚਰਚਾ ਸੰਜੀਵ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਆਪਣੇ ਸਟੂਡੀਓ 'ਚ ਬੁਲਾਉਣ ਦਾ। ਅਤੇ ਮੇਰੇ ਆਪਣੇ ਜਿਹੜੇ ਨਿੱਜੀ ਮੇਰੇ ਹੈਗੇ ਆ ਵਿਚਾਰ, ਉਹ ਮੈਂ ਤੁਹਾਡੇ ਤੱਕ ਜ਼ਰੂਰ ਲੈ ਕੇ ਆਵਾਂਗਾ। ਜਦੋਂ ਤੱਕ ਕਿ ਪੰਜਾਬ ਦੀ ਜਿਹੜੀ ਉਦਯੋਗਿਕ ਹੈ, ਜਿਹੜੀ ਇੰਡਸਟਰੀ ਹੈ, ਉਹਦਾ ਕੀ ਹਾਲ ਹੈ ਅਤੇ ਅੱਜ ਪੰਜਾਬ ਇਸ ਜਗ੍ਹਾ 'ਤੇ ਕਿੱਦਾਂ ਪਹੁੰਚ ਗਿਆ ਕਿ ਅਸੀਂ ਅਰਾਜਕਤਾ ਫੈਲਾ ਰਹੇ ਹਾਂ, ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ ਅਤੇ ਅੱਗੇ ਸਾਨੂੰ ਕੁਝ ਦਿਖ ਨਹੀਂ ਰਿਹਾ ਕਿ ਕੀ ਹੋ ਸਕਦਾ ਹੈ ਅਤੇ ਅਸੀਂ ਕਿੱਥੇ ਅੱਗੇ ਲੈ ਕੇ ਜਾ ਸਕਦੇ ਹਾਂ। ਜੀ ਸੰਜੀਵ ਜੀ, ਐਕਸਪਰਟਸ ਕਹਿੰਦੇ ਨੇ ਜੇ ਇਹੀ ਹਾਲ ਰਿਹਾ ਤਾਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਕੌਣ ਕਰੇਗਾ? ਕਿਉਂਕਿ ਇਨਵੈਸਟ ਕਰਨ ਵਾਸਤੇ ਇਨਵੈਸਟਰ ਨੂੰ ਚਾਹੀਦਾ ਹੈ ਕਿ ਕੁਝ ਨਾ ਕੁਝ ਤਾਂ ਸਿਖਾਵਾਂ ਦਿਖੇ, ਕਿਉਂਕਿ ਇਨਵੈਸਟਰ ਨੇ ਕਿਤੇ ਵੀ ਇਨਵੈਸਟ ਕਰ ਲੈਣਾ ਹੈ, ਉਹਨੂੰ ਜਿੱਥੇ ਪ੍ਰੋਫਿਟ ਦਿਖੇਗਾ। ਪੰਜਾਬ ਦੇ ਵਿੱਚ ਅਸੀਂ ਕੀ ਮਾਹੌਲ ਦੇ ਰਹੇ ਹਾਂ? ਇਨਵੈਸਟਰ ਕਿਸ ਚੀਜ਼ ਨੂੰ ਦੇਖ ਕੇ ਸਾਡੇ ਕੋਲ ਆ ਕੇ ਇਨਵੈਸਟਮੈਂਟ ਕਰੇਗਾ? ਪਹਿਲਾਂ ਹੀ ਬਾਰਡਰ ਸਟੇਟ ਹੈ ਔਰ ਉਨੀ ਹੀ ਖਲਬਲੀ ਮਚੀ ਹੋਈ ਹੈ। ਔਰ ਇਸ ਵਕਤ ਜਰਮਨੀ ਵੀ ਗਏ ਨੇ ਸਾਡੇ CM ਮਾਨ, ਮੁੰਬਈ ਵੀ ਗਏ, ਔਰ ਭਾਰਤ ਦੇ ਹੋਰ ਵੀ ਥਾਵਾਂ ਦੇ ਉੱਤੇ ਉਹ ਇਨਵੈਸਟਰਸ ਦੇ ਨਾਲ ਗੱਲਬਾਤ ਕਰ ਰਹੇ ਨੇ। ਪੰਜਾਬ ਦੇ ਵਿੱਚ ਵੀ ਗੱਲਬਾਤ ਕਰ ਰਹੇ ਨੇ ਕਿ ਜਿਹੜੇ ਅਮੀਰ ਲੋਕ ਨੇ, ਧਨਾੜ ਲੋਕ ਨੇ, ਪੈਸਾ ਖਰਚ ਕਰ ਸਕਦੇ ਨੇ, ਪੈਸਾ ਲਗਾਉਣ, ਪਰ ਕਿੱਥੇ? ਕੋਈ ਪਲਾਨ ਨਹੀਂ, ਕੋਈ ਯੋਜਨਾ ਨਹੀਂ, ਕੋਈ ਪਾਲਿਸੀ ਨਹੀਂ।
ਕੋਈ ਲੇਆਊਟ ਨਹੀਂ, ਕਿਹੜੀ ਇੰਡਸਟਰੀ, ਕਿੱਥੇ ਪੈਸਾ ਲਗਾਇਆ ਜਾਵੇ। ਮਤਲਬ ਸਾਡੇ ਕੋਲ ਇੱਕ ਸੁਨਹਿਰਾ ਭਵਿੱਖ ਦਿਖਾਉਣ ਵਾਸਤੇ ਕੀ ਕੁਝ ਹੈ। ਇੱਕ ਸਿੱਧੀ ਸਾਦੀ ਭਾਸ਼ਾ 'ਚ ਕੋਈ ਪੈਸਾ ਸਾਨੂੰ ਕਿਉਂ ਦੇਗਾ ਜਦ ਸਾਡੇ ਕੋਲ ਕੁਝ ਵੇਚਣ ਵਾਸਤੇ ਹੀ ਨਹੀਂ ਹੈ। ਸੋ ਸੰਜੀਵ ਜੀ, ਵਾਟਸ ਯੂਰ ਟੇਕ? ਜਦੋਂ ਅਸੀਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਕਿ ਵੱਡੇ ਵੱਡੇ ਜਿਹੜੇ ਸਿਆਦਤਕਾਰ ਨੇ ਉਹ ਆਪਣਾ ਪੈਸਾ ਪੰਜਾਬ ਵਿੱਚ ਲਗਾਉਣ, ਉਹ ਪੈਸਾ ਤਾਂ ਲੱਗਦਾ ਹੈ ਜੇ ਇੱਕ ਦੂਜੇ ਦੇ ਉੱਪਰ ਵਿਸ਼ਵਾਸ ਹੋਵੇ ਜੀ। ਲੇਕਿਨ ਮੈਨੂੰ ਨਹੀਂ ਲੱਗ ਰਿਹਾ ਕਿ ਅੱਜ ਜਿਹੜੇ ਲੋਕੀ ਪੈਸਾ ਲਗਾਉਣਾ ਚਾਹੁੰਦੇ ਨੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਉਹਨਾਂ ਦਾ ਪੰਜਾਬ ਜਾਂ ਪੰਜਾਬ ਦੀ ਸਰਕਾਰ ਤੇ ਜਾਂ ਪੰਜਾਬ ਦਾ ਜਿਹੜਾ ਮਾਹੌਲ ਹੈ ਉਸ ਤੇ ਕੋਈ ਵਿਸ਼ਵਾਸ ਹੈ ਕਿ ਅਸੀਂ ਉੱਥੇ ਜੇ ਪੈਸਾ ਇਨਵੈਸਟ ਕਰਾਂਗੇ, ਲਗਾਵਾਂਗੇ, ਆਪਣਾ ਉਦਯੋਗਿਕ ਖੜੇ ਕਰਾਂਗੇ, ਲੇਕਿਨ ਸਾਨੂੰ ਉਸ ਨਾਲ ਕੋਈ ਫਾਇਦਾ ਵੀ ਹੋਏਗਾ। ਪਿੱਛੇ ਜੇ ਪੰਜਾਬ ਸਰਕਾਰ ਨੇ ਇੱਕ ਆਪਣੀ ਇੰਡਸਟਰੀਅਲ ਪਾਲਿਸੀ ਵੀ ਲੈ ਕੇ ਆਂਦੀ, ਲੋਕਾਂ ਨੂੰ ਦੱਸਿਆ ਕਿ ਸਾਡੀ ਪਾਲਿਸੀ ਇੱਦਾਂ ਰਹੇਗੀ, ਪਰ ਉਸ 'ਚ ਇਹੋ ਜਿਹੀ ਕੋਈ ਚੀਜ਼ ਨਹੀਂ ਸੀਗੀ ਕਿ ਜਿਹੜਾ ਪੈਸਾ ਲਗਾਉਣ ਵਾਲਾ ਉਦਯੋਗਿਕ ਘਰ ਹੈ ਉਹ ਆਪਣਾ ਪੈਸਾ ਇੱਥੇ ਲਗਾਵੇ। ਉਹ ਖਿੱਚਣ ਲਈ ਕੋਈ ਚੀਜ਼ ਇਹੋ ਜਿਹੀ ਨਹੀਂ ਸੀਗੀ। ਪਿੱਛੇ ਜੇ ਇੱਕ ਪੰਜਾਬ ਇਨਵੈਸਟ ਸਮਿਟ ਵੀ ਕੀਤਾ, ਜਿਹੜਾ ਕਿ ਚੀਫ ਮਿਨਿਸਟਰ ਸਾਹਿਬ ਨੇ ਐਡਰੈਸ ਵੀ ਕੀਤਾ, ਲੋਕਾਂ ਨੂੰ ਦੱਸਿਆ ਵੀ, ਲੇਕਿਨ ਉਸ 'ਚ ਵੀ ਕੋਈ ਐਗਰੀਮੈਂਟ ਕਿਸੇ ਵੀ ਕੰਪਨੀ ਦੇ ਨਾਲ ਨਹੀਂ ਹੋ ਸਕਿਆ ਕਿ ਉਹ ਆਪਣਾ ਇੱਥੇ ਪੈਸਾ ਲਗਾਉਣਗੇ। ਜੇ ਆਪਾਂ ਥੋੜ੍ਹਾ ਜਿਹਾ ਅੱਜ ਤੋਂ 2-4 ਸਾਲ ਪਿੱਛੇ ਜਾਈਏ ਤੇ ਦੇਖੀਏ, ਪੰਜਾਬ ਨੂੰ ਬੜਾ ਵੱਡਾ ਇੱਕ ਆਮਦਨੀ ਦਾ ਸੋਰਸ ਸੀਗਾ ਜਦੋਂ ਕਿ ਸਟੀਲ ਮਿੱਲਾਂ ਪੰਜਾਬ ਦੇ ਵਿੱਚ, ਮੰਡੀ ਗੋਬਿੰਦਗੜ੍ਹ, ਖੰਨਾ ਦੇ ਵਿੱਚ ਕਾਫੀ ਹੁੰਦੀਆਂ ਸੀਗੀਆਂ ਔਰ ਬੜੀ ਭਾਰੀ ਮਾਤਰਾ ਦੇ ਵਿੱਚ ਉੱਥੇ ਸਮਾਨ ਬਣਦਾ ਸੀਗਾ। ਲੇਕਿਨ ਅੱਜ ਦੇ ਦੌਰਾਨ ਉਹ ਸਟੀਲ ਮਿੱਲਾਂ ਵੀ ਬੰਦ ਹੋ ਗਈਆਂ। ਕੁਝ ਨੇ ਆਪਣੇ ਆਪ ਨੂੰ ਸ਼ਿਫਟ ਕਰਕੇ ਭਾਰਤ ਦੇ ਦੂਜੀ ਜਗ੍ਹਾ ਤੇ ਚਲੇ ਗਏ, ਕੁਝ ਨੇ ਉਹ ਕੰਮ ਬੰਦ ਹੀ ਕਰਤਾ, ਤੇ ਇਸ ਕਰਕੇ ਕੋਈ ਮਾਹੌਲ ਬਹੁਤ ਜ਼ਿਆਦਾ ਸੁਖਾਵਾਂ ਨਹੀਂ ਦਿਖ ਰਿਹਾ ਇਸ ਵੇਲੇ। ਸੰਜੀਵ ਜੀ, ਇੱਕ ਸਿੱਧੀ ਸਾਦੀ ਗੱਲ ਹੈ, ਮਤਲਬ ਇਹ ਕੀ ਕਹਿੰਦੇ ਹੋਣਗੇ ਜਾ ਕੇ ਜਿੱਥੇ ਇਨਵੈਸਟਰਸ ਨਾਲ ਗੱਲ ਕਰਦੇ ਹੋਣਗੇ, ਤੁਸੀਂ ਜਿਵੇਂ ਕਹੋਗੇ ਅਸੀਂ ਉਵੇਂ ਕਰ ਲਾਂਗੇ। ਇਜ਼ ਦਿਸ ਦਾ ਵੇ ਇਹ ਮਾਰਕੀਟਿੰਗ ਹੈ? ਉਹ ਤੇ ਕਰ ਵੀ ਨਹੀਂ ਸਕਦੇ ਨਾ ਜਿਸ ਤਰ੍ਹਾਂ ਉਹ ਕਹਿਣਗੇ, ਕਿਉਂਕਿ ਉਹਨਾਂ ਦੀ ਜਿਹੜੀ ਸਭ ਤੋਂ ਪਹਿਲੀ ਕੰਡੀਸ਼ਨ ਹੁੰਦੀ ਹੈ ਜਿਹੜੀ ਜਦੋਂ ਵੀ ਅਸੀਂ ਇਨਵੈਸਟ ਕਰਦੇ ਹਾਂ ਪੈਸਾ ਲਗਾਉਣ ਲਈ, ਕਿ ਮਾਹੌਲ ਕਿੰਨਾ ਸੁਖਾਵਾਂ ਹੈ। ਤੇ ਉਹ ਸੁਖਾਵਾਂ ਮਾਹੌਲ ਤੇ ਪਿਛਲੇ 5-7 ਸਾਲਾਂ 'ਚ ਸਾਨੂੰ ਲੱਭ ਹੀ ਨਹੀਂ ਰਿਹਾ। ਰਾਦਰ ਇਹ ਹੈ ਕਿ ਜਿਹੜੀਆਂ ਕੰਪਨੀਆਂ ਨੇ ਇੱਥੇ ਪੈਸਾ ਇਨਵੈਸਟ ਕੀਤਾ ਹੋਇਆ ਸੀਗਾ, ਵੱਡੀਆਂ ਮਿਲਾਂ ਲਾਈਆਂ ਹੋਈਆਂ ਸੀ, ਉਹ ਵੀ ਸੋਚ ਰਹੇ ਨੇ ਕਿ ਅਸੀਂ ਪੰਜਾਬ 'ਚੋਂ ਨਿਕਲ ਕੇ ਭਾਰਤ ਦੇ ਕਿਸੇ ਹੋਰ ਜਗ੍ਹਾ ਤੇ ਚਲੇ ਜਾਈਏ ਜਿੱਥੇ ਮਾਹੌਲ ਸੁਖਾਵਾਂ ਹੋਵੇ, ਜਿੱਥੇ ਦੇ ਲੋਕ ਕੰਮ ਕਰਨਾ ਜਾਣ। ਇੱਥੇ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਤੇ ਬੇਰੁਜ਼ਗਾਰੀ ਤੇ ਹੈ ਹੀ ਹੈ, ਲੇਕਿਨ ਨਸ਼ਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਜਿਹੜੇ ਵੱਡੀ ਕੰਪਨੀਆਂ ਇੱਥੇ ਪੈਸਾ ਨਹੀਂ ਲਗਾ ਰਹੀਆਂ। ਨਸ਼ਾ ਵੀ ਕਾਰਨ ਹੈ। ਉਸ ਤੋਂ ਬਾਅਦ ਗੈਂਗਸ, ਕਿਉਂਕਿ ਜੇ ਤੁਸੀਂ ਤਰੱਕੀ ਕਰਦੇ ਹੋ ਕਿਤੇ ਨਾ ਕਿਤੇ ਕੋਈ ਫੋਨ ਆ ਜਾਂਦਾ ਆਪਣਾ ਹਿੱਸਾ ਲੈਣ ਵਾਸਤੇ। ਅਸੀਂ ਦੇਖਦੇ ਹਾਂ ਜੋ ਇੰਡਸਟਰੀਜ਼ ਨੇ ਉਹਦੇ ਵਿੱਚ ਇਹ ਸਭ ਗੱਲਾਂ ਆਮ ਹੁੰਦੀਆਂ, ਚਰਚਾ ਆਮ ਹੁੰਦੀ ਹੈ ਕਿ ਕਿਤੇ ਨਾ ਕਿਤੇ ਫੋਨ ਆ ਜਾਂਦਾ, ਧਮਕੀ ਆ ਜਾਂਦੀ ਹੈ, ਔਰ ਅਸੀਂ ਦੇਖਦੇ ਕਿਤੇ ਮਰਡਰਸ ਵੀ ਹੋ ਰਹੇ ਨੇ। ਸੋ ਇਹ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਖਾਸ ਕਰਕੇ ਜੋ ਫਿਲਮ ਇੰਡਸਟਰੀ ਜਾਂ ਮਿਊਜ਼ਿਕ ਇੰਡਸਟਰੀ ਉੱਥੇ ਅਸੀਂ ਇਹ ਚੀਜ਼ਾਂ ਆਮ ਦੇਖਦੇ ਪਏ ਹਾਂ, ਕਿਉਂਕਿ ਬਹੁਤ ਈਜ਼ੀ ਟਾਰਗੇਟ ਹੈ, ਬਹੁਤ ਸੌਫਟ ਟਾਰਗੇਟ ਹੈ ਇਹ ਗੈਂਗਸਟਰਸ ਵਾਸਤੇ। ਸੋ ਇਹ ਵੀ ਹੈ, ਔਰ ਗੈਂਗਸਟਰਸ ਵੱਲੋਂ ਇਹ ਸਟੇਟਮੈਂਟਸ ਆਉਂਦੀਆਂ ਨੇ ਕਿ ਸਾਨੂੰ ਗੈਂਗਸਟਰ ਬਣਾਇਆ ਕਿਨੇ। ਸੋ ਇਹ ਵੀ ਇੱਕ ਸਵਾਲੀਆ ਨਿਸ਼ਾਨ ਹੈ, ਹੂ ਇਜ਼ ਰਿਸਪॉन्सिबल। ਇਹ ਜੋ ਸੌੜੀ ਸਿਆਸਤ ਹੈ ਜਾਂ ਜੋ ਇਹ ਡਰਟੀ ਪੋਲਿਟਿਕਸ ਹੈ, ਇਹ ਰਿਸਪॉन्सिबल ਹੈ ਸਾਰੀ ਹਾਲਾਤ ਵਾਸਤੇ। ਸੋ ਇਹਦੇ ਉੱਤੇ ਵੀ ਇੱਕ ਚਰਚਾ ਬਣਦੀ ਹੈ, ਡਿਬੇਟ ਬਣਦਾ ਹੈ। ਸੋ ਆਪਾਂ ਆਪਣੇ ਸਬਜੈਕਟ ਤੇ ਆਈਏ ਵਾਪਸ। ਡੂ ਯੂ ਥਿੰਕ ਕਿ ਆਪਣੀ ਸਰਕਾਰ ਕੋਲ ਕੋਈ ਇੰਡਸਟਰੀਅਲ ਪੋਲਿਸੀ, ਕੋਈ ਐਗਰੀਕਲਚਰ ਪੋਲਿਸੀ ਹੈ, ਜਾਂ ਕੋਈ ਹੈ ਤੇ ਉਹਦੇ ਉੱਤੇ ਕੋਈ ਕੰਮ ਨਹੀਂ ਹੋ ਰਿਹਾ, ਬਿਖਰੀ ਪਈ ਹੈ, ਖਿੰਡੀ ਪਈ ਹੈ, ਡਿਸਆਰਡਰ ਹੈ? ਡੂ ਯੂ ਥਿੰਕ ਸੋ? ਇੰਡਸਟਰੀਅਲ ਪੋਲਿਸੀ ਨਵੀਂ ਸਰਕਾਰ ਨੇ ਡਿਕਲੇਅਰ ਕੀਤੀ ਹੈ, ਲੇਕਿਨ ਉਸ 'ਚ ਕੋਈ ਇਹੋ ਜਿਹੀ ਚੀਜ਼ ਨਵੀਂ ਨਹੀਂ ਹੈ ਕਿ ਜਿਹੜੀ ਪਹਿਲਾਂ ਨਹੀਂ ਸੀਗੀ। ਉਹੀ ਗੱਲਾਂ ਕਿ ਤੁਸੀਂ ਆਓਗੇ, ਅਸੀਂ ਤੁਹਾਨੂੰ ਬਿਜਲੀ ਦੇਵਾਂਗੇ, ਅਸੀਂ ਤੁਹਾਨੂੰ ਪਾਣੀ ਦੇਵਾਂਗੇ, ਅਸੀਂ ਤੁਹਾਨੂੰ ਕੰਮ ਕਰਨ ਦੀ ਸਹੂਲਤ ਦੇਵਾਂਗੇ। ਇਹ ਤਾਂ ਸਰ ਪਿਛਲੇ 15 ਸਾਲਾਂ ਤੋਂ ਇਹੀ ਪਾਲਿਸੀ ਚੱਲੀ ਆ ਰਹੀ ਹੈ। ਲੇਕਿਨ ਅਗਰ ਆਪਾਂ ਧਿਆਨ ਨਾਲ ਦੇਖੀਏ ਕਿ ਕਿੰਨੀ ਸਾਡੀ ਜਿਹੜੀ ਆਮਦਨੀ ਹੈ ਜਿਹੜੀ ਇੰਡਸਟਰੀ ਤੋਂ ਹੁੰਦੀ ਸੀਗੀ, ਅੱਜ ਉਹ ਕਿੰਨੀ ਘਟ ਕੇ ਰਹਿ ਗਈ ਹੈ। ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੈ ਕਿ ਅਸੀਂ ਜਦੋਂ ਇੱਥੇ ਅਸੀਂ ਆਪਣਾ ਪੈਸਾ ਇਨਵੈਸਟ ਕਰਾਂਗੇ ਤੇ ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਕਿਹਾ ਧਮਕੀਆਂ ਵੀ ਆਉਂਦੀਆਂ, ਜਿਵੇਂ ਤੁਸੀਂ ਕਿਹਾ ਹੋਰ ਵੀ ਕਈ ਗੈਰ ਕਾਨੂੰਨੀ ਕੰਮ ਹੁੰਦੇ ਨੇ, ਤੇ ਉਹ ਜਦ ਤੱਕ ਅਸੀਂ ਉਸ ਤੋਂ ਬਾਹਰ ਨਹੀਂ ਨਿਕਲਾਂਗੇ
ਕੋਈ ਵੀ ਜਿਹੜਾ ਵੱਡਾ ਘਰਾਣਾ ਹੈ ਉਹ ਇੱਥੇ ਇਨਵੈਸਟ ਕਰਨ ਨੂੰ ਤਿਆਰ ਨਹੀਂ ਹੋਵੇਗਾ। ਅੱਜ ਤੋਂ ਜੇ ਮੈਂ 10 ਸਾਲ ਪੁਰਾਣੀ ਗੱਲ ਕਰਾਂ ਤੇ ਇੰਡੀਆ ਦੇ ਜਿਹੜੇ ਵੱਡੇ ਵੱਡੇ ਘਰਾਣੇ ਸੀਗੇ, ਟਾਟਾ ਵਗੈਰਾ, ਉਹਨਾਂ ਨੇ ਸੋਚਿਆ ਸੀਗਾ ਕਿ ਅਸੀਂ ਇੱਥੇ ਆ ਕੇ ਇੱਕ ਵੱਡਾ ਵੱਡਾ ਕਾਰਖਾਨਾ ਲਾਈਏ, ਲੋਕਾਂ ਨੂੰ ਜਿਹੜੇ ਰੋਜ਼ਗਾਰ ਮਿਲੇਗਾ, ਇਕਨੋਮੀ ਨੂੰ ਫਾਇਦਾ ਹੋਏਗਾ। ਲੇਕਿਨ ਜਦੋਂ ਉਹਨਾਂ ਨੇ ਇੱਥੇ ਆ ਕੇ ਪੂਰਾ ਮਾਹੌਲ ਸਟੱਡੀ ਕੀਤਾ, ਦੇਖਿਆ, ਤੇ ਉਹਨਾਂ ਨੇ ਵੀ ਆਪਣੇ ਹੱਥ ਪਿੱਛੇ ਖਿੱਚ ਲਏ ਕਿ ਅਸੀਂ ਇੱਥੇ ਆਪਣਾ ਪੈਸਾ ਲਗਾ ਕੇ ਬਰਬਾਦ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਕੋਈ ਇੰਡਸਟਰੀਅਲ ਪਾਲਿਸੀ ਇਹੋ ਜਿਹੀ ਨਹੀਂ ਹੈ ਕਿ ਅਸੀਂ ਕਿਸੇ ਵੀ ਘਰਾਣੇ ਨੂੰ ਖਿੱਚ ਸਕੀਏ ਤੇ ਇੱਥੇ ਪੈਸਾ ਲਗਵਾ ਸਕੀਏ। ਜਿਹੜੀਆਂ ਛੋਟੀਆਂ ਛੋਟੀਆਂ ਮਿਲਾਂ, ਜਿਹਨੂੰ ਅਸੀਂ ਮੀਡੀਅਮ ਸਕੇਲ, ਸਮਾਲ ਸਕੇਲ ਮਿਲਾਂ ਨੂੰ ਕਹਿੰਦੇ ਆ, ਉਹ ਵੀ ਸਰਵਾਈਵ ਕਰਨਾ ਉਹਨਾਂ ਲਈ ਵੀ ਅੱਜ ਦੀ ਤਰੀਕ ਵਿੱਚ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ, ਕਿਉਂਕਿ ਉਹਨਾਂ ਨੂੰ ਵੀ ਅਸੀਂ, ਪੰਜਾਬ ਸਰਕਾਰ ਵੱਲੋਂ ਕੋਈ ਇਹੋ ਜਿਹਾ ਇਨਸੈਂਟਿਵ ਨਹੀਂ ਹੈ। ਭਾਰਤ ਸਰਕਾਰ ਵੱਲੋਂ ਕੁਝ ਇਨਸੈਂਟਿਵ ਹੈਗੇ ਆ, ਲੇਕਿਨ ਉਹ ਇਨਸੈਂਟਿਵ ਜਿਹੜਾ ਉਹ ਆਲ ਓਵਰ ਇੰਡੀਆ, ਪੰਜਾਬ ਨੇ ਵਿੱਚ ਉਸ ਮਿਲ ਨੂੰ ਚਲਾਉਣਾ, ਉਸ ਇੰਡਸਟਰੀ ਨੂੰ ਚਲਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਓਕੇ, ਇਸ ਵਕਤ ਸੰਜੀਵ ਜੀ ਸਥਿਤੀ ਕੀ ਹੈ ਸਾਡੇ ਪੰਜਾਬ ਦੀ ਇਕਨੋਮੀ ਦੀ, ਖਜ਼ਾਨੇ ਦੀ? ਅੱਜ ਪੂਰੀ ਸਥਿਤੀ ਕੀ ਹੈ ਇਸ ਵਕਤ? ਜਿੰਨਾ ਵੀ ਤੁਹਾਨੂੰ ਇਸ ਦੇ ਬਾਰੇ ਇਨਫੋਰਮੇਸ਼ਨ ਹੈ, ਜਾਣਕਾਰੀ ਹੈ, ਪਲੀਜ਼ ਸ਼ੇਅਰ ਕਰੋ ਸਾਡੇ ਨਾਲ। ਯਸ਼ ਜੀ, ਸਥਿਤੀ ਦੀ ਅਗਰ ਮੈਂ ਗੱਲ ਕਰਾਂ ਤੇ ਪਿਛਲੇ 2 ਸਾਲਾਂ 'ਚ ਤੇ ਹੋਰ ਖਰਾਬ ਹੋ ਗਈ ਹੈ। ਪਹਿਲਾਂ ਹੀ ਸਥਿਤੀ 'ਚ ਬਹੁਤ ਜ਼ਿਆਦਾ ਅੱਛਾ ਨਹੀਂ ਸੀਗਾ। ਸਭ ਤੋਂ ਵੱਡੀ ਪ੍ਰੋਬਲਮ ਸਾਡੀ ਜਿਹੜੀ ਇਹ ਹੈ ਕਿ ਅਸੀਂ ਇਲੈਕਸ਼ਨਾਂ ਵੇਲੇ ਬਹੁਤ ਕੁਝ ਫ੍ਰੀ ਦੇਣ ਦੀ ਗੱਲ ਕਰ ਲੈਂਦੇ ਹਾਂ ਕਿ ਆਹ ਵੀ ਫ੍ਰੀ ਕਰ ਦਾਂਗੇ, ਬਿਜਲੀ ਫ੍ਰੀ ਕਰ ਦਾਂਗੇ, ਪਾਣੀ ਪਹਿਲਾਂ ਹੀ ਫ੍ਰੀ ਹੈਗਾ, ਟਰਾਂਸਪੋਰਟ ਜਿੱਥੇ ਸਾਡੀਆਂ ਲੇਡੀਜ਼ ਨੇ ਜਾਣਾ ਹੁੰਦਾ ਹੈ ਉਹ ਵੀ ਅਸੀਂ ਫ੍ਰੀ ਕਰ ਦਾਂਗੇ। ਤੋ ਸਾਰਾ ਕੁਝ ਫ੍ਰੀ ਤਾਂ ਕੀਤਾ ਜਾ ਸਕਦਾ ਹੈ, ਲੇਕਿਨ ਉਹਨਾਂ ਲਈ ਜਿਹੜਾ ਖਰਚਾ ਹੋ ਰਿਹਾ ਹੈ ਉਹ ਵਾਪਸ ਕਿੱਦੋਂ ਆਉਣਾ ਹੈ, ਉਹਦੀ ਕੋਈ ਪਲਾਨ ਨਜ਼ਰ ਨਹੀਂ ਆ ਰਹੀ। ਜੇ ਆਪਾਂ ਬਿਜਲੀ ਫ੍ਰੀ ਦੀ ਗੱਲ ਕਰੀਏ ਅੱਜ ਦੀ ਡੇਟ ਦੇ ਵਿੱਚ, ਕਿ ਜਿਹੜਾ ਕੋਈ ਵੱਡਾ ਅਫਸਰ ਵੀ ਹੈਗਾ ਜਿਹਦੀ ਸ਼ਾਇਦ ਮਹੀਨੇ ਦੀ ਤਨਖਾਹ 1.5 ਲੱਖ 2 ਲੱਖ ਰੁਪਈਆ ਹੋਏਗੀ, ਉਹਦੀ ਵੀ ਬਿਜਲੀ ਅੱਜ ਦੀ ਡੇਟ 'ਚ ਅਸੀਂ ਫ੍ਰੀ ਕਰਨ ਨੂੰ ਤਿਆਰ ਹਾਂ, ਤੇ ਫ੍ਰੀ ਕੀਤੀ ਹੋਈ ਹੈ, ਕਈ ਜਗ੍ਹਾ ਤੇ ਕੀਤੀ ਹੋਈ ਹੈ। ਤੇ ਇਸ ਕਰਕੇ ਖਜ਼ਾਨੇ 'ਚ ਤਾਂ ਪੈਸਾ ਆਣਾ ਹੀ ਨਹੀਂ, ਔਰ ਜੇ ਖਜ਼ਾਨੇ 'ਚ ਪੈਸਾ ਨਹੀਂ ਹੋਏਗਾ ਤੇ ਜਿਹੜੀ ਸਰਕਾਰ ਦੀ ਇਕਨੋਮੀ ਹੈ, ਪੰਜਾਬ ਦੀ ਇਕਨੋਮੀ ਹੈ, ਉਹ ਤੇ ਨੀਚੇ ਜਾਂਦੀ ਜਾਏਗੀ, ਜਾਂਦੀ ਜਾਏਗੀ। ਔਰ ਅਸੀਂ ਕਦੋਂ ਤੱਕ ਲੋਨ ਲੈ ਲੈ ਕੇ ਭਾਰਤ ਸਰਕਾਰ ਤੋਂ ਆਪਣਾ ਜਿਹੜਾ ਰੋਜ਼ ਦਾ ਕੰਮ ਕਰ ਸਕਾਂਗੇ? ਬਿਲਕੁਲ ਸਹੀ ਗੱਲ ਹੈ, ਕਿਉਂਕਿ ਅਸੀਂ ਲੋਨ ਲੈ ਕੇ, ਕਰਜ਼ੇ ਲੈ ਕੇ ਤਨਖਾਹਾਂ ਦੇ ਰਹੇ ਹਾਂ, ਪੈਨਸ਼ਨਸ ਦੇ ਰਹੇ ਹਾਂ, ਸਬਸਿਡੀਜ਼ ਦੇ ਰਹੇ ਹਾਂ, ਔਰ ਸਾਰੇ ਖਰਚੇ ਜੇ ਕਰ ਰਹੇ ਹਾਂ ਅਸੀਂ, ਲੋਨ ਦੀ ਕਿਸ਼ਤ ਵੀ ਅਸੀਂ ਜੋ ਦੇਣੀ ਹੁੰਦੀ ਉਹ ਵੀ ਕਰਜ਼ਾ ਲੈ ਕੇ ਦਿੰਦੇ ਪਏ ਹਾਂ। ਸੋ ਇਹ ਸਥਿਤੀ ਸਾਡੀ ਬਣੀ ਪਈ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਪਿਛਲੀਆਂ ਸਰਕਾਰਾਂ ਵੀ ਰਹੀਆਂ ਔਰ ਅੱਜ ਦੀ ਸਰਕਾਰ ਵੀ ਚੱਲਦੀ ਪਈ ਹੈ, ਵਾਟ ਡੂ ਯੂ ਥਿੰਕ ਕਿ ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਇਸ ਕੈਪੇਬਲ ਨਹੀਂ ਹੈਗੇ, ਇਸ ਕਾਬਿਲ ਨਹੀਂ ਹੈਗੇ ਕਿ ਸਟੇਟ ਨੂੰ ਚਲਾ ਸਕਣ? ਕਿਸੇ ਤਰ੍ਹਾਂ ਇਲੈਕਸ਼ਨਸ ਤੇ ਜਿੱਤ ਲੈਂਦੇ ਨੇ, ਪਰ ਇਲੈਕਸ਼ਨਸ ਜਿੱਤਣ ਤੋਂ ਬਾਅਦ ਸੱਤਾ ਵਿੱਚ ਵੀ ਆ ਜਾਂਦੇ ਨੇ, ਵੱਡੀ ਪੋਸਟ 'ਤੇ ਵੀ ਬਹਿ ਜਾਂਦੇ ਨੇ। ਇਹਨਾਂ 'ਚ ਕੈਪੇਬਿਲਿਟੀ ਨਹੀਂ, ਉਹ ਗੁਣ ਨਹੀਂ ਹੈਗਾ ਸਰਕਾਰ ਨੂੰ ਚਲਾਉਣ ਦਾ। ਜੇ ਇਹਨਾਂ 'ਚ ਨਹੀਂ ਹੈਗਾ ਤਾਂ ਸੈਕਟੇਰੀਏਟਸ 'ਚ ਬਹੁਤ ਗੁਣੀ ਲੋਕ ਬੈਠੇ ਨੇ, IAS ਆਫਿਸਰਸ ਬੈਠੇ ਨੇ, IPS ਬੈਠੇ ਨੇ, ਸੋ ਉਹ ਵੀ ਸਿਵਲ ਸਰਵਿਸਿਜ਼ ਵਾਲੇ ਵੀ ਬੈਠੇ ਨੇ, ਬਹੁਤ ਇੰਟੈਲੀਜੈਂਟ ਬ੍ਰੇਨਸ ਬੈਠੇ ਨੇ। ਪਰ ਸਾਰੇ ਪੋਲੀਟੀਸ਼ੀਅਨਸ ਜਿਹੜੇ ਨੇ ਉਹਨਾਂ ਵਿੱਚ ਸਾਰੇ ਹੀ ਇੱਦਾਂ ਦੇ ਹੋਣਗੇ, ਗੁਣ ਨਹੀਂ ਹੈਗਾ ਸਟੇਟ ਨੂੰ ਚਲਾਉਣ ਦਾ, ਇਹ ਵੀ ਮੰਨਣ ਨੂੰ ਅਸੀਂ ਤਿਆਰ ਨਹੀਂ। ਤੇ ਜਿਹੜੇ ਸਾਰੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਵਿੱਚ ਵੀ ਗੁਣ ਨਹੀਂ ਹੈਗਾ ਚਲਾਉਣ ਨੂੰ, ਇਹ ਵੀ ਮੰਨਣ ਨੂੰ ਤਿਆਰ ਨਹੀਂ ਅਸੀਂ, ਕਿਉਂਕਿ ਸਾਡੇ ਪੋਲੀਟੀਸ਼ੀਅਨਸ ਵੀ ਕੈਪੇਬਲ ਨੇ। ਹਾਂ, ਹੋ ਸਕਦਾ ਕਈਆਂ ਨੂੰ ਨਾ ਅਨੁਭਵ ਹੋਵੇ, ਕਈਆਂ ਨੂੰ ਨਾ ਜਾਣਕਾਰੀ ਹੋਵੇ, ਕਈ ਨਾ ਐਜੂਕੇਟ ਹੋਣ, ਬਹੁਤ ਘੱਟ ਹੋਣਗੇ ਐਸੀ ਪਰਸੈਂਟੇਜ। ਔਰ ਆਫਿਸਰ ਸਾਹਿਬਾਨ ਤੇ ਸਾਰੇ ਹੀ ਕੈਪੇਬਲ ਨੇ, ਕਿਉਂਕਿ ਬਕਾਇਦਾ ਪ੍ਰੋਸੀਜਰ ਦੇ ਨਾਲ ਸਿਲੈਕਸ਼ਨ ਹੁੰਦੀ ਹੈ। ਉਹਨਾਂ ਦੀ ਕਾਬਲੀਅਤ ਦੇ ਉੱਤੇ ਕੁਐਸਚਨ ਮਾਰਕ ਲਗਾਉਣਾ ਬਿਲਕੁਲ ਗਲਤੀ ਹੋਏਗੀ। ਤੇ ਫਿਰ ਇਹ ਨੁਕਸ ਕਿੱਥੇ ਹੈ? ਜੇ ਕੈਪੇਬਲ ਹੈਗੇ ਨੇ ਤੇ ਫਿਰ ਚਲਾ ਕਿਉਂ ਨਹੀਂ ਰਹੇ, ਤੇ ਜੇ ਕੈਪੇਬਲ ਨਹੀਂ ਹੈਗੇ ਤੇ ਫਿਰ ਇਹਦਾ ਸੋਲਿਊਸ਼ਨ ਕੀ ਹੈ? ਸਰ, ਜਦੋਂ ਤੱਕ ਤੇ ਅਸੀਂ ਐਡਮਿਨਿਸਟ੍ਰੇਟਿਵ ਦੀ ਗੱਲ ਕਰ ਰਹੇ ਹਾਂ, ਸੈਕਟਰੀਏਟ 'ਚ IAS ਆਫਿਸਰ, IPS ਆਫਿਸਰ ਬੈਠੇ ਨੇ, ਬਹੁਤ ਹੀ ਜ਼ਿਆਦਾ ਉਹਨਾਂ ਦੀ ਜਿਹੜੀ ਸੋਚ ਹੈ ਉਹ ਪੋਜ਼ਿਟਿਵ ਹੈ, ਉਹਨਾਂ ਨੂੰ ਕੰਮ ਚਲਾਉਣਾ ਵੀ ਆਉਂਦਾ, ਉਹਨਾਂ ਨੂੰ ਇਹ ਵੀ ਪਤਾ ਕਿ ਪਾਲਿਸੀਆਂ ਕੀ ਬਣਨੀਆਂ ਚਾਹੀਦੀਆਂ ਜੀ। ਲੇਕਿਨ ਅਨਫੋਰਚੂਨੇਟਲੀ ਗੱਲ ਇਹ ਹੈ ਕਿ ਅਸੀਂ ਉਹਨਾਂ ਦੀ ਗੱਲ ਸੁਣਦੇ ਜ਼ਰੂਰ ਹਾਂ, ਲੇਕਿਨ ਸਾਹਮਣੇ ਸਾਡੇ ਵੋਟਰ ਦੀ ਗੱਲ ਆ ਜਾਂਦੀ ਹੈ, ਵੋਟਰ ਨੂੰ ਜੋ ਪ੍ਰੋਮਿਸ ਕੀਤਾ, ਜੋ ਕਿਹਾ, ਉਹਦੀ ਗੱਲ ਆ ਜਾਂਦੀ ਹੈ, ਜਾਂ ਹੋ ਸਕਦਾ ਹੈ ਕਿਸੇ ਏਰੀਆ ਵਿੱਚ ਪਰਸਨਲ ਇੰਟਰਸਟ ਆਪਣਾ ਵੀ ਦੇਖਿਆ ਜਾਵੇ, ਤੇ ਉਹਨਾਂ ਦੀ ਜਿੰਨੀ ਐਡਵਾਈਸ ਹੈ ਉਹਨੂੰ ਇਗਨੋਰ ਕਰਕੇ ਅਸੀਂ ਜਿਹੜੀਆਂ ਆਪਣੀਆਂ ਪਾਲਿਸੀਆਂ ਜਦੋਂ ਦਿੰਦੇ ਹਾਂ ਕਿ ਇਹਨਾਂ ਨੂੰ ਬਣਾਓ, ਇਹਨੂੰ ਇੰਪਲੀਮੈਂਟ ਕਰੋ, ਤੇ ਸ਼ਾਇਦ ਉਹ IAS ਆਫਿਸਰ, IPS ਆਫਿਸਰ ਵੀ
ਕਿਉਂਕਿ ਇੱਕ ਪੈਰ ਪਿੱਛੇ ਰੱਖ ਲੈਂਦੇ ਨੇ ਕਿ ਜਿੱਦਾਂ ਵੀ ਪੋਲੀਟੀਸ਼ੀਅਨ ਕਹਿਣਗੇ, ਜਿੱਦਾਂ ਵੀ ਮਿਨਿਸਟਰ ਸਾਹਿਬਾਨ ਕਹਿਣਗੇ, ਜਿੱਦਾਂ ਵੀ ਚੀਫ ਮਿਨਿਸਟਰ ਸਾਹਿਬਾਨ ਕਹਿਣਗੇ, ਸਾਨੂੰ ਉੱਦਾਂ ਹੀ ਚੱਲਣਾ ਪਏਗਾ। ਲੇਕਿਨ ਜੋ ਮੈਨੂੰ ਸਮਝ ਲੱਗੀ ਹੈ, ਜੋ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਇਹ ਵੱਡੇ ਵੱਡੇ ਸੀਨੀਅਰ ਅਫਸਰਾਂ ਨਾਲ, ਉਹਨਾਂ ਕੋਲ ਪਾਲਿਸੀਆਂ ਬਹੁਤ ਅੱਛੀਆਂ, ਪੰਜਾਬ ਨੂੰ ਰਿਵਾਈਵ ਕਰਨ ਦੀਆਂ ਪਾਲਿਸੀਆਂ ਵੀ ਬਹੁਤ ਅੱਛੀਆਂ ਹੈ। ਉਹਨਾਂ ਨੂੰ ਪੂਰੀ ਜਿਹੜੀ ਸਮਝ ਹੈ ਇਸ ਵੇਲੇ ਕਿ ਪੰਜਾਬ ਨੂੰ ਕੀ ਚਾਹੀਦਾ ਔਰ ਕਿੱਦਾਂ ਅਸੀਂ ਇਸ ਰਿਣ ਤੋਂ ਬਾਹਰ ਆ ਸਕਦੇ ਹਾਂ, ਉਹਨਾਂ ਕੋਲ ਸਾਰਾ ਪਲਾਨ ਹੈਗਾ। ਲੇਕਿਨ ਗੱਲ ਇਹ ਹੈ ਕਿ ਉਹਨੂੰ ਇੰਪਲੀਮੈਂਟ ਕਰਨ ਦਾ ਜਿਹੜਾ ਤਰੀਕਾ ਹੈ ਜਾਂ ਇੰਪਲੀਮੈਂਟ ਉਸੇ ਨੂੰ ਕਰਨਾ ਹੈ, ਉਹ ਸਾਡੇ ਜਿਹੜੇ ਦਿਲੋਂ ਦਿਮਾਗ 'ਚ ਅਲੱਗ ਚੀਜ਼ਾਂ ਹੈ ਰਾਦਰ ਦੈਨ ਉਹ ਪਲਾਨ ਨੂੰ ਅਸੀਂ ਇੰਪਲੀਮੈਂਟ ਕਰਨ ਦਾ। ਤੋ ਕੁਝ ਹੱਦ ਤੱਕ ਸਾਡਾ ਪਰਸਨਲ ਇੰਟਰਸਟ ਜਾਂ ਜੋ ਅਸੀਂ ਵਾਅਦੇ ਕੀਤੇ ਨੇ ਵੋਟਰ ਨੂੰ, ਉਹ ਸਾਹਮਣੇ ਜਦੋਂ ਆ ਜਾਂਦੇ ਹੈ ਤੇ ਜਿਹੜੀਆਂ ਪਾਲਿਸੀਆਂ, ਪਲਾਨ ਤੇ ਤਰੀਕੇ ਆ ਉਹ ਸਾਰੇ ਪਿੱਛੇ ਰਹਿ ਜਾਂਦੇ ਨੇ। ਸੋ ਪੋਲੀਟੀਸ਼ੀਅਨ ਚਾਹੇ ਪੁਰਾਣੇ ਸੀ, ਨਵੇਂ ਵਾਲੇ, ਯੈਸ ਮੈਂ ਕੁਝ ਹੱਦ ਤੱਕ ਤੁਹਾਡੇ ਨਾਲ ਸਹਿਮਤ ਹਾਂ ਕਿ ਉਹਨਾਂ ਨੂੰ ਐਕਸਪੀਰੀਅੰਸ ਘੱਟ ਹੈ ਇੱਕ ਸਰਕਾਰ ਚਲਾਉਣ ਦਾ। ਤੇ ਲੇਕਿਨ ਜੇ ਕਿਸੇ ਨੂੰ ਐਕਸਪੀਰੀਅੰਸ ਘੱਟ ਹੁੰਦਾ ਹੈ ਤਾਂ ਉਹ ਜਿਹੜੇ ਪੁਰਾਣੇ ਲੋਕ ਹੁੰਦੇ ਨੇ, ਪੁਰਾਣੇ ਆਈਐਸ ਅਫਸਰ ਨੇ, ਇੰਨੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ, ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਲੇਕਿਨ ਫਿਰ ਸਾਡੇ ਸਾਹਮਣੇ ਉਹੀ ਆ ਜਾਂਦਾ ਹੈ ਕਿ ਅਸੀਂ ਤਾਂ ਜਿੱਤ ਕੇ ਆਏ ਹਾਂ ਤੇ ਜਿੱਤਣ ਵਾਲੇ ਦੀ ਜਿਹੜੀ ਸਮਝ ਹੈ, ਸੋਚ ਹੈ, ਉਹ ਇਹਨਾਂ ਪੜ੍ਹਿਆ ਲਿਖਿਆਂ ਤੋਂ ਸ਼ਾਇਦ ਥੋੜੀ ਜ਼ਿਆਦਾ ਹੈ। ਇਹ ਸਾਡੇ ਦਿਮਾਗ 'ਚ ਆ ਰਿਹਾ ਹੈ। जी संजीव जी, कुछ पॉलिटिकल कंपल्शनस भी हो जांदियां ने और पॉलिटिकल ਪ੍ਰੈਸ਼ਰਸ भी हो ਜਾਂਦੇ ਨੇ, ਇਹ ਅਸੀਂ ਸਾਰੇ ਸਮਝਦੇ ਹਾਂ ਇਸ ਗੱਲ ਨੂੰ। ਔਰ ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਲੌਬੀਜ਼ ਬਣੀਆਂ ਹੋਏ ਨੇ ਆਫਿਸਰਸ ਦੀਆਂ, ਇਹ ਅਕਾਲੀ ਦਲ ਦੇ ਆਫਿਸਰਸ ਨੇ, ਇਹ ਕਾਂਗਰਸ ਦੇ ਆਫਿਸਰਸ ਨੇ। ਸੋ ਇਹ ਲੌਬੀਜ਼ ਵੀ ਬਣੀਆਂ ਹੋਈਆਂ ਨੇ ਔਰ ਕਿੰਨਾ ਖਤਰਨਾਕ ਕੰਮ ਹੈ ਸਟੇਟ ਵਾਸਤੇ, ਕਿੰਨਾ ਖਤਰਨਾਕ ਕੰਮ ਹੈ ਸਟੇਟ ਦੇ ਲੋਕਾਂ ਵਾਸਤੇ। ਖਤਰਨਾਕ ਕਿਵੇਂ? ਖਤਰਨਾਕ ਇਸ ਤਰ੍ਹਾਂ ਕਿ ਲੋਕਾਂ ਦੇ ਕੰਮ ਨਹੀਂ ਹੁੰਦੇ, ਸਟੇਟ ਦੇ ਵੈਲਫੇਅਰ ਵਾਸਤੇ ਕੰਮ ਨਹੀਂ ਹੁੰਦੇ, ਕੋਈ ਨਾ ਕੋਈ ਅੜਚਨ ਪਾ ਕੇ ਰੱਖਣਾ, ਕਿਉਂਕਿ ਤੁਹਾਡੀ ਲੌਬੀ ਡਿਫਰੈਂਟ ਹੈ। ਤੁਸੀਂ ਪੋਲੀਟਿਕਸ ਖੇਡਣਾ, ਹਰ ਗੱਲ ਦੇ ਵਿੱਚ ਪੋਲੀਟਿਕਸ ਖੇਡਣਾ। ਤੁਸੀਂ ਜਨਤਾ ਦੇ ਭਵਿੱਖ ਨੂੰ ਵੀ ਦਾਅ 'ਤੇ ਲਗਾ ਦੇਣਾ ਅਤੇ ਸਟੇਟ ਦੇ ਭਵਿੱਖ ਨੂੰ ਵੀ ਦਾਅ 'ਤੇ ਲਗਾ ਦੇਣਾ। ਜਿਹੜੇ ਪੰਜਾਬ ਦੇ ਸਾਰੇ ਮਸਲੇ ਹੁਣ ਤੱਕ ਅਟਕੇ ਹੋਏ ਨੇ, ਚਾਹੇ ਉਹ ਪਾਣੀ ਦਾ ਮਸਲਾ ਹੈ ਔਰ ਉਸ ਦੇ ਨਾਲ ਜੁੜੇ ਹੋਏ ਹੋਰ ਵੀ ਸਾਰੇ ਮਸਲੇ ਨੇ, ਉਹ ਸਾਰੇ ਮਸਲੇ ਇਸੇ ਕਰਕੇ ਹੀ ਅਟਕੇ ਹੋਏ ਨੇ ਨਾ ਕਿ ਉਸ ਦੇ ਆਸ-ਪਾਸ, ਉਹਦੇ ਆਲੇ ਦੁਆਲੇ ਅਸੀਂ ਆਪਣੀ ਸਿਆਸਤ ਬੁਣਨੀ ਹੈ। ਜੇ ਉਹ ਮਸਲਾ ਹੀ ਖਤਮ ਹੋ ਗਿਆ ਤੇ ਅਸੀਂ ਸਿਆਸਤ ਕਿਹਦੇ ਦੁਆਲੇ ਬੁਣਾਂਗੇ? ਤੇ ਆਪਣੀ ਸਿਆਸਤ ਬੁਣਨ ਦੇ ਚੱਕਰ ਦੇ ਵਿੱਚ, ਸਿਆਸਤ ਦੇ ਵਿੱਚ, ਸੱਤਾ ਦੇ ਵਿੱਚ ਕਾਇਮ ਰਹਿਣ ਦੇ ਚੱਕਰ ਦੇ ਵਿੱਚ ਅਸੀਂ ਮਸਲੇ ਹੱਲ ਨਹੀਂ ਕਰਦੇ ਔਰ ਮਸਲੇ ਇੰਨੇ ਜ਼ਿਆਦਾ ਪੇਚੀਦਾ ਹੁੰਦੇ ਨੇ ਕਿ ਆਉਣ ਵਾਲੇ ਸਮੇਂ ਉੱਤੇ ਵੀ ਭਾਰੂ ਪੈਂਦੇ ਨੇ, ਭਵਿੱਖ ਉੱਤੇ ਵੀ ਭਾਰੂ ਪੈਂਦੇ ਨੇ। ਐਮ ਆਈ ਰਾਈਟ ਸੰਜੀਵ ਜੀ? ਬਿਲਕੁਲ ਠੀਕ ਕਹਿ ਰਹੇ ਹੋ ਸਰ। ਸਰ ਗੱਲ ਇਹ ਹੈ ਕਿ ਜਦੋਂ ਇੱਕ ਆਈਐਸ ਅਫਸਰ ਜੁਆਇਨ ਕਰਦਾ ਹੈ, ਜਿਹਨੂੰ ਪੰਜਾਬ ਕੈਡਰ ਐਲੋਕੇਟ ਹੋਇਆ ਜਾਂ ਕਿਸੇ ਨੂੰ ਹਰਿਆਣੇ ਦਾ ਹੋਇਆ, ਉਦੋਂ ਉਹ ਕਿਸੇ ਸੱਤਾ ਦੇ ਨਾਲ ਨਹੀਂ ਹੁੰਦਾ ਜੀ। ਸੱਤਾ ਦੇ ਨਾਲ ਅਸੀਂ ਜਿਹੜੇ ਪੋਲੀਟੀਸ਼ੀਅਨ ਹੈ ਉਹੀ ਲੈ ਕੇ ਆਉਂਦੇ ਨੇ ਕਿ ਤੂੰ ਮੇਰੇ ਵੱਲ ਆ ਜਾ, ਤੂੰ ਉੱਧਰ ਚਲਾ ਜਾ। ਤੇ ਜਦੋਂ ਇੱਕ ਨਵਾਂ ਯੰਗ ਅਫਸਰ 25 ਸਾਲਾਂ ਦਾ ਆਈਐਸ ਆਫਿਸਰ ਜੁਆਇਨ ਕਰਦਾ ਹੈ, ਉਦੋਂ ਤੋਂ ਹੀ ਖਿੱਚ ਖਿਚਾਓ ਸ਼ੁਰੂ ਹੋ ਜਾਂਦਾ ਹੈ ਕਿ ਇਹਨੂੰ ਕਿੱਧਰ ਲੈ ਕੇ ਜਾਣਾ ਹੈ। ਤਾਂ ਇੱਕ ਇਹ ਬੜਾ ਵੱਡਾ ਮਸਲਾ ਹੈਗਾ ਕਿ ਅਸੀਂ ਆਈਐਸ ਅਫਸਰ ਨੂੰ ਆਪਣੀ ਪੋਲੀਟੀਕਲ ਜਿਹੜੀ ਹੈ ਉਹਦੇ ਨਾਲ ਕਿਉਂ ਜੋੜ ਲੈਂਦੇ ਆ। ਉਹ ਪੜ੍ਹਿਆ ਲਿਖਿਆ, ਪੜ੍ਹ ਕੇ ਆਇਆ, ਇੱਕ ਸਟੇਟ ਨੂੰ ਇੱਕ ਡਾਇਰੈਕਸ਼ਨ ਦੇਣ ਲਈ ਆਇਆ ਹੈ, ਲੇਕਿਨ ਅਸੀਂ ਉਹਨੂੰ ਵੀ ਆਪਣੇ ਪਰਸਨਲ ਇੰਟਰਸਟ ਲਈ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਆ। ਇਸੇ ਕਰਕੇ ਜਿਵੇਂ ਕਿ ਤੁਸੀਂ ਕਿਹਾ ਕਿ ਅੱਜ ਜਿਹੜੇ ਵੱਡੇ ਵੱਡੇ ਅਫਸਰ ਹੈ ਉਹ ਵੀ ਅਲਾਈਨ ਹੋ ਗਏ ਕਿ ਇਹ ਅਕਾਲੀ ਵੱਲ ਹੋ ਗਏ, ਇਹ ਕਾਂਗਰਸ ਵੱਲ ਹੋ ਗਏ, ਇਹ ਥਰਡ ਪਾਰਟੀ ਵੱਲ ਹੋ ਗਏ। ਸੋ ਇਸ ਕਰਕੇ ਵੀ ਇੱਕ ਸਮੱਸਿਆ ਜੁੜੀ ਰਹਿੰਦੀ ਹੈ ਪ੍ਰਾਂਤ ਦੇ ਵਿੱਚ ਕਿ ਲੋਕਾਂ ਦੇ ਕੰਮ ਨਹੀਂ ਹੋ ਪਾਉਂਦੇ, ਕਿਉਂਕਿ ਇਹ ਅੱਜ ਅਫਸਰ ਜਿਹੜਾ ਆਇਆ ਹੈ ਇਹ ਤੇ ਪਹਿਲਾਂ ਅੱਜ ਇੱਕ ਪਾਰਟੀ ਨਾਲ ਹੈ, ਪਹਿਲਾਂ ਦੂਜੇ ਪਿੱਛੇ ਸੀਗਾ, ਅੱਜ ਇਹਨੂੰ ਉੱਪਰ ਲਿਆ ਕੇ ਬਿਠਾਤਾ। ਸੋ ਆਪਣੀ ਆਪਣੀ ਇੰਟਰਨਲ ਪੋਲਿਟਿਕਸ ਵੀ ਸੱਤਾ ਦੇ ਵਿੱਚ ਚੱਲਦੀ ਰਹਿੰਦੀ ਹੈ ਜੀ। ਮਾਹਿਰ ਕਹਿੰਦੇ ਨੇ ਕਿ ਰਾਜਨੀਤੀ ਦੇ ਵਿੱਚ ਇਹ ਚੱਲਦਾ ਹੈ ਕਿ ਸਾਡੀ ਨਿੱਜੀ ਜਾਇਦਾਦ ਵੱਧਦੀ ਪਈ ਹੈ, ਸਾਡੀ ਨਿੱਜੀ ਤਾਕਤ ਵੱਧਦੀ ਪਈ ਹੈ। ਹੁਣ ਅਸੀਂ ਆਪਣੀ ਨਿੱਜੀ ਜਾਇਦਾਦ ਤੇ ਨਿੱਜੀ ਤਾਕਤ ਵਧਾਉਣੀ ਹੈ ਕਿ ਸਟੇਟ ਦੀ ਤਾਕਤ ਵੀ ਵਧਾਉਣੀ ਹੈ ਤੇ ਸਟੇਟ ਦੇ ਲੋਕਾਂ ਦੀ ਵੀ ਤਾਕਤ ਵਧਾਉਣੀ ਹੈ, ਸਟੇਟ ਦੀ ਵੀ ਜਾਇਦਾਦ ਵਧਾਉਣੀ ਹੈ ਤੇ ਸਟੇਟ ਦੇ ਲੋਕਾਂ ਦੀ ਵੀ ਜਾਇਦਾਦ ਵਧਾਉਣੀ ਹੈ।
मतलब लोग किधर जान, स्टेट किधर जावे, जे तुसी अपने वास्ते ही काम करना है, एक कुर्सी मिल जाती है तो उस तो वड्डी कुर्सी किद्दां मिले उधर तुर पैंदे हो, अपनी निजी जायदाद ते अपनी निजी ताकत वधाउंदे हो। सिक्योरिटी भी तुहाडे कोल है, और सिक्योरिटी के नाम के उत्ते होर भी तुहाडे कोल सिक्योरिटी है, जो प्राइवेट सिक्योरिटी है, बाउंसर्स ने, मतलब कोई बंदा गल नहीं कर सकता। कई बार तो असी ये भी माहिर मानते हैं कि कोई गल करता है तो उन्होंने कुट पै जाती है, ये भी देखने को आता है, और पता नहीं लगता कौन कुट के चला गया उन्होंने, ये भी गल्लां देखने को मिलदियां ने। सो ये माहौल की बनता पिया और इस माहौल दे विचों निकलना किवें है जी? सर इस यही मैं कह रहा सीगा कि ਜਿਹੜੇ ਇੰਡਸਟਰੀਅਲ ਪਾਲਿਸੀ ਆਈ, ਰਾਈਟ, ਜਿਹੜੇ ਵੱਡੇ ਵੱਡੇ ਪੈਸਾ ਇਨਵੈਸਟ ਕਰਨ ਵਾਲੇ ਬੰਦੇ ਆ, ਜਦੋਂ ਉਹ ਇਹ ਦੇਖਦੇ ਆ ਕਿ ਅੱਜ ਤੇ ਇੱਕ ਪਾਰਟਿਕੂਲਰ ਸਰਕਾਰ ਹੈਗੀ ਹੈ, ਮੇਰੀ ਹੈਲਪ ਕਰਨ ਨੂੰ ਤਿਆਰ ਹੈ, ਸਭ ਕੁਝ ਕਰਨ ਨੂੰ ਤਿਆਰ ਹੈ, ਮੈਂ ਅੱਜ ਇੱਥੇ ਇਨਵੈਸਟ ਵੀ ਕਰ ਦਿੰਨਾ, ਲੇਕਿਨ ਜੇ 5 ਸਾਲਾਂ ਬਾਅਦ ਸਰਕਾਰ ਬਦਲ ਗਈ ਤਾਂ ਮੇਰਾ ਤੇ ਇਹਨਾਂ ਨੇ ਜਿਹੜਾ ਧੰਦਾ ਉਹ ਬੰਦ ਹੀ ਕਰ ਦੇਣਾ। ਸੋ ਇਹ ਉਹਨਾਂ ਦੇ ਦਿਮਾਗ 'ਚ ਹੁਣੇ ਤੋਂ ਬੈਠਿਆ ਹੋਇਆ ਹੈ ਕਿ ਜਿਹੜਾ ਮੈਂ ਧੰਦਾ ਸ਼ੁਰੂ ਕਰੂੰਗਾ ਇਹ ਉਦੋਂ ਤੱਕ ਹੀ ਹੈ ਜਦੋਂ ਤੱਕ ਇਹ ਸਰਕਾਰ ਹੋਏਗੀ। ਜਿਵੇਂ ਤੁਸੀਂ ਗੱਲ ਕੀਤੀ ਨਿੱਜੀ ਆਪਣੀ ਸੰਪत्ति ਦੀ, ਸੀ ਜਿੱਦਣ ਅਸੀਂ ਓਥ ਲੈ ਲੈਂਦੇ ਹਾਂ, ਸਰਕਾਰ ਬਣ ਗਈ ਸਾਡੀ, ਅਸੀਂ ਉਦੋਂ ਤੋਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ 5 ਸਾਲ ਬਾਅਦ ਜਦੋਂ ਇਲੈਕਸ਼ਨ ਹੋਣਗੇ ਉਦੋਂ ਪੈਸਾ ਕਿੱਥੋਂ ਆਏਗਾ, ਹੁਣੇ ਤੋਂ ਪੈਸਾ ਇਕੱਠਾ ਕਰਨਾ ਸ਼ੁਰੂ ਕਰੋ। ਜੇ ਮੈਂ 5 ਸਾਲ ਹੀ ਰਿਹਾ, ਉਸ ਤੋਂ ਬਾਅਦ ਇਲੈਕਟ ਨਾ ਹੋਇਆ ਤੇ ਮੇਰੀ ਨਿੱਜੀ ਸੰਪत्ति ਜਿਹੜੀ ਅੱਜ X ਹੈ ਉਹ ਉਦੋਂ ਤੱਕ 10X ਹੋ ਜਾਣੀ ਚਾਹੀਦੀ ਹੈ। ਜੇ ਸਾਡੇ ਦਿਮਾਗ 'ਚ ਇਹੋ ਜਿਹੀਆਂ ਚੀਜ਼ਾਂ ਹੀ ਹੋਣਗੀਆਂ, ਫਿਰ ਅਸੀਂ ਇਹ ਨਹੀਂ ਸੋਚਾਂਗੇ ਕਿ ਆਪਾਂ ਇੱਥੇ ਫੈਕਟਰੀ ਲੈ ਕੇ ਆਈਏ, ਆਪਾਂ ਤੇ ਇਹ ਸੋਚਾਂਗੇ ਕਿ ਅਸੀਂ ਇਹ ਦੱਸੋ ਪੈਸਾ ਬਣਾਉਣਾ ਕਿੱਦਾਂ ਹੈ, ਅਸੀਂ ਆਪਣੀ ਨਿੱਜੀ ਸੰਪत्ति ਵਧਾਉਣੀ ਕਿੱਦਾਂ ਹੈ। ਇਹ ਜਦੋਂ ਚੀਜ਼ਾਂ ਇੱਕ ਇੰਡਸਟਰੀਅਲ ਦੇ ਸਾਹਮਣੇ, ਕਿਸੇ ਵੀ ਲੀਡਰ ਦੇ ਸਾਹਮਣੇ ਆਉਂਦੀਆਂ, ਕਾਰਪੋਰੇਟ ਲੀਡਰ ਦੇ ਸਾਹਮਣੇ ਆਉਂਦੀਆਂ, ਤੇ ਉਹ ਕਹਿੰਦਾ ਕਿ ਮੈਂ ਉੱਥੇ ਜਾਵਾਂ ਜਿੱਥੇ ਮੈਨੂੰ ਇਹ ਪਤਾ ਹੈ ਕਿ 5 ਸਾਲ ਬਾਅਦ ਚਾਹੇ ਸਰਕਾਰ ਬਦਲ ਲੇ ਲੇਕਿਨ ਮੇਰਾ ਧੰਦਾ ਬੰਦ ਨਹੀਂ ਹੋਏਗਾ, ਮੇਰੀ ਫੈਕਟਰੀ ਬੰਦ ਨਹੀਂ ਹੋਏਗੀ, ਉਹ ਉਸ ਸਟੇਟ 'ਚ ਜਾਣ ਲਈ ਇੰਟਰਸਟਿਡ ਰਹਿੰਦਾ ਹੈ। ਸੋ ਨਿੱਜੀ ਜਾਇਦਾਦ ਦੀ ਤੁਸੀਂ ਗੱਲ ਕੀਤੀ, ਜਿਹੜੀ ਮੈਂ ਨਿੱਜੀ ਪਾਵਰ ਦੀ ਗੱਲ ਕੀਤੀ ਹੈ ਕਿ ਨਿੱਜੀ ਪਾਵਰ ਦੇ ਨਾਂ ਦੇ ਉੱਤੇ, ਸਿਕਿਉਰਿਟੀ ਦੇ ਨਾਂ ਦੇ ਉੱਤੇ ਆਪਣੇ ਬਾਉਂਸਰਸ ਰੱਖੇ ਹੋਏ ਨੇ, ਆਪਣੇ ਸਿਕਿਉਰਿਟੀ ਮੈਨ ਰੱਖੇ ਹੋਏ ਨੇ। ਵਾਟ ਡੂ ਯੂ ਥਿੰਕ ਅਬਾਊਟ ਇਟ? ਸਰ ਇਹ ਵੀ ਬਿਲਕੁਲ ਮੈਂ ਬਾਕੀ ਜਿਹੜੇ ਸਟੇਟਸ ਆ ਉਹਨਾਂ ਦੇ ਬਾਰੇ ਤਾਂ ਨਹੀਂ ਕਮੈਂਟ ਕਰ ਪਾਊਂਗਾ, ਲੇਕਿਨ ਪੰਜਾਬ ਦੇ ਵਿੱਚ ਇੱਕ ਇਹ ਵੀ ਡਰ ਬਹੁਤ ਜ਼ਿਆਦਾ ਹੈ ਕਿ ਜੇ ਅਸੀਂ ਜਿਹੜੇ ਪੋਲੀਟੀਸ਼ੀਅਨ ਦੇ ਹਾਂ ਦੇ ਵਿੱਚ ਹਾਂ ਨਾ ਮਿਲਾਈ ਤੇ ਹੋ ਸਕਦਾ ਮੇਰਾ ਨਿੱਜੀ ਨੁਕਸਾਨ ਵੀ ਕੀਤਾ ਜਾਵੇ, ਚਾਹੇ ਉਹ ਬਾਉਂਸਰਸ ਦੇ ਨਾਲ ਹੈ, ਚਾਹੇ ਉਹ ਕਿਸੇ ਹੋਰ ਦੇ ਨਾਲ ਹੈ, ਲੇਕਿਨ ਇਹੀ ਰਹਿੰਦਾ ਕਿ ਮੇਰਾ ਨਿੱਜੀ ਨੁਕਸਾਨ ਨਾ ਹੋ ਜਾਏ। ਇਸ ਕਰਕੇ ਮੈਂ ਜੋ ਮੇਰਾ ਪੋਲੀਟੀਸ਼ੀਅਨ ਕਹਿੰਦਾ ਹੈ, ਜੋ ਮੇਰਾ ਮੰਤਰੀ ਸਾਹਿਬਾਨ ਕਹਿੰਦੇ ਨੇ, ਮੈਂ ਉਹ ਚੀਜ਼ ਨੂੰ ਮੰਨ ਲਵਾਂ, ਮੰਨ ਕੇ ਜਿਵੇਂ ਉਹ ਕਹਿੰਦੇ ਨੇ ਉੱਦਾਂ ਹੀ ਕੰਮ ਕਰਾਂ। ਸੋ ਇਸ ਕਰਕੇ ਥੋੜ੍ਹਾ ਡਰ ਵੀ ਹੈ, ਥੋੜ੍ਹਾ ਥ੍ਰੈਟਸ ਵੀ ਆਉਂਦੇ ਰਹਿੰਦੇ ਨੇ, ਲੇਕਿਨ ਜਦੋਂ ਇੱਕ ਚੀਜ਼ ਆਪਣੇ ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਸਿਰ ਤੋਂ ਉੱਪਰ ਨਿਕਲ ਜਾਂਦੀ ਹੈ, ਫਿਰ ਇੱਕ ਇੰਡਸਟਰੀ ਵਾਲਾ ਜਿਹੜਾ ਬੰਦਾ ਹੈ ਉਹ ਕਹਿੰਦਾ ਮੈਂ ਕਿਸੇ ਹੋਰ ਜਗ੍ਹਾ ਜਾ ਕੇ ਇਨਵੈਸਟਮੈਂਟ ਕਰਾਂ ਜਿੱਥੇ ਕਿ ਮੈਨੂੰ ਜਾਂ ਮੇਰੇ EMPLOYEES ਨੂੰ ਜਾਂ ਮੇਰੇ ਕਰਮਚਾਰੀਆਂ ਨੂੰ ਕੋਈ ਥ੍ਰੈਟ ਨਾ ਹੋਵੇ। ਬਿਲਕੁਲ ਠੀਕ ਹੈ, ਮਤਲਬ ਪਬਲਿਕ ਦੇ ਮਨ ਦੇ ਵਿੱਚ ਇਹ ਡਰ ਹੈ ਕਿ ਜੇ ਮੈਂ ਬੋਲਿਆ ਤਾਂ ਮੈਨੂੰ ਕੁੱਟ ਪੈ ਸਕਦੀ ਹੈ। ਐਮ ਆਈ ਰਾਈਟ ਸਰ? ਸਰ ਦੇਖੋ ਇਨਸੀਡੈਂਟ ਮੇਰੇ ਸਾਹਮਣੇ ਨਹੀਂ ਹੈ, ਲੇਕਿਨ ਕੁਝ ਏਰੀਆ 'ਚ ਜ਼ਰੂਰ ਹੁੰਦਾ ਹੋਏਗਾ। ਕਿਉਂਕਿ ਅਸੀਂ ਵੀ ਜਦੋਂ ਦੇਖਦੇ ਹਾਂ ਨਿਊਜ਼ਪੇਪਰਸ ਦੇ ਵਿੱਚ ਜਾਂ ਕਿਤੇ ਹੋਰ ਰਿਪੋਰਟਸ ਮਿਲਦੀਆਂ ਰਹਿੰਦੀਆਂ ਨੇ ਤਾਂ ਇਹ ਚੀਜ਼ਾਂ ਜ਼ਰੂਰ ਸਾਹਮਣੇ ਆਉਂਦੀਆਂ ਨੇ ਔਰ ਡਰ ਲੋਕ ਮਹਿਸੂਸ ਕਰਦੇ ਨੇ। ਕਈ ਜਰਨਲਿਸਟ ਉਹ ਵੀ ਡਰ ਮਹਿਸੂਸ ਕਰਦੇ ਨੇ, ਕਈ ਇਮਾਨਦਾਰ ਆਫਿਸਰ ਨੇ ਉਹ ਵੀ ਡਰ ਮਹਿਸੂਸ ਕਰਦੇ ਨੇ, ਇੱਥੋਂ ਤੱਕ ਕਿ ਕਈ ਇਮਾਨਦਾਰ ਪੋਲੀਟੀਸ਼ੀਅਨਸ ਨੇ ਉਹ ਵੀ ਡਰ ਮਹਿਸੂਸ ਕਰਦੇ ਨੇ। ਯਾਨੀ ਕਿ ਜੋ ਇਮਾਨਦਾਰ ਹੈ, ਸੱਚ ਬੋਲਣ ਵਾਲਾ ਹੈ, ਉਹਨੂੰ ਡਰ ਲੱਗਦਾ। ਅੱਜ ਇਹ ਗੱਲ ਟਰੁੱਥ ਹੈ ਔਰ ਇਹ ਐਕਸਪਰਟਸ ਮੰਨਦੇ ਨੇ ਕਿ ਇਸ ਤਰ੍ਹਾਂ ਦੀ ਸਥਿਤੀ ਮੌਜੂਦ ਹੈ ਸਾਡੇ ਸਮਾਜ ਦੇ ਵਿੱਚ। ਮਾਹਿਰ ਲੋਕ ਜ਼ਰੂਰ ਮੰਨਦੇ ਹੋਣਗੇ, ਕਹਿੰਦੇ ਹੋਣਗੇ, ਲੇਕਿਨ ਯਸ਼ ਜੀ ਮੈਂ ਘੱਟੋ ਘੱਟ 30-35 ਸਾਲ ਇੰਡਸਟਰੀ ਦੇ ਵਿੱਚ ਕੰਮ ਕੀਤਾ। ਹਾਲਾਂਕਿ ਮੈਂ ਬਾਰਡਰ ਏਰੀਆ 'ਚ ਨਹੀਂ ਗਿਆ, ਚੰਡੀਗੜ੍ਹ ਦੇ ਆਸ-ਪਾਸ ਹੀ ਕੰਮ ਕੀਤਾ ਹੈ। ਅਤੇ ਇੱਕ ਵਾਰੀ ਜਦੋਂ ਜਿਹੜਾ 84 ਵਾਲਾ ਮਾਹੌਲ ਜਾਂ 88 ਜਾਂ 90 ਵਾਲਾ ਮਾਹੌਲ ਖਤਮ ਹੋ ਗਿਆ, ਉਸ ਤੋਂ ਬਾਅਦ ਸਾਡੇ ਕੋਲ ਪਰਸਨਲੀ ਅਗਰ ਮੈਂ ਕੰਮ ਕਵਾਂ ਤੇ ਮੇਰੇ ਕੋਲ ਇਹੋ ਜਿਹਾ ਕੋਈ ਥ੍ਰੈਟ ਨਹੀਂ ਆਇਆ ਔਰ ਨਾ ਹੀ ਮੇਰੇ ਕੋਈ ਅਫਸਰ ਸਾਹਿਬਾਨ ਕੋਲ ਇਹੋ ਜਿਹਾ ਥ੍ਰੈਟ ਆਇਆ। ਹਾਂ, ਸਿਫਾਰਿਸ਼ਾਂ ਜ਼ਰੂਰ ਆਉਂਦੀਆਂ ਸੀ, ਕੋਈ ਡਾਊਟ ਨਹੀਂ ਹੈ, ਮਿਨਿਸਟਰਾਂ ਦੇ ਫੋਨ ਵੀ ਆਉਂਦੇ ਸੀਗੇ,
ਠੀਕ ਹੈ ਨਾ ਜੀ। ਲੇਕਿਨ ਫੋਰਚੂਨੇਟਲੀ ਸਮਝ ਲਓ, ਕਿਉਂਕਿ ਅਸੀਂ ਚੰਡੀਗੜ੍ਹ ਦੇ ਨੇੜੇ ਸੀਗੇ ਤੇ ਸ਼ਾਇਦ ਉਹ ਥ੍ਰੈਟ ਵਾਲੀ ਸਿਚੁਏਸ਼ਨ ਉਦੋਂ ਤੱਕ ਸਾਡੇ ਕੋਲ ਨਹੀਂ ਆਈ। ਲੇਕਿਨ ਲੋਕ ਕਹਿੰਦੇ ਨੇ ਕਿ ਇਹ ਵੀ ਹੁੰਦਾ ਹੈ। ਇਹ ਵੀ ਹੁੰਦਾ ਹੈ, ਔਰ ਮੈਂ ਵੀ ਲੋਕਾਂ ਕੋਲ ਹੀ ਸੁਣਿਆ ਕਿ ਇਹ ਵੀ ਹੁੰਦਾ ਹੈ। ਚਲੋ ਐਨੀਵੇਜ਼, ਇਹ ਨਾ ਹੀ ਹੋਵੇ ਤੇ ਵਧੀਆ ਹੈ। ਜੋ ਸੱਚ ਕਹਿਣਾ ਚਾਹੁੰਦੇ ਨੇ, ਹੱਕ ਸੱਚ ਦੀ ਗੱਲ ਕਰਨਾ ਚਾਹੁੰਦੇ ਨੇ, ਉਹ ਕਰ ਸਕਣ। ਸੋ ਇੱਕ ਜਾਂਦੇ ਜਾਂਦੇ ਇੱਕ ਸਵਾਲ ਮੈਂ ਪੁੱਛਣਾ ਚਾਹੁੰਦਾ, ਜਿਹਦੇ ਉੱਤੇ ਆਪਾਂ ਵਾਈਂਡ ਅਪ ਕਰਾਂਗੇ ਕਿ ਕਿਹਾ ਜਾਂਦਾ ਕਿ ਇੱਕ ਤਾਂ ਉਹ ਚੀਜ਼ ਹੈ ਜਿਹੜੀ ਸਾਡੇ ਸਾਹਮਣੇ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਦੇ ਵਿੱਚ, ਜੋ ਸਭ ਕੁਝ ਲਾਅ ਐਂਡ ਆਰਡਰ ਦੇ ਮੁਤਾਬਿਕ ਚੱਲਦਾ ਹੈ, ਇੱਕ ਉਹ ਸਾਰਾ ਕੁਝ ਸਾਡੇ ਸਾਹਮਣੇ ਹੈ, ਜਿੱਦਾਂ ਸਰਕਾਰ ਵਰਕ ਕਰਦੀ ਹੈ, ਫੰਕਸ਼ਨ ਵਰਕ ਕਰਦੀ ਸਾਰੀ ਐਡਮਿਨਿਸਟ੍ਰੇਸ਼ਨ। ਇੱਕ ਸ਼ਬਦ ਇਸਤੇਮਾਲ ਹੁੰਦਾ ਹੈ ਡੀਪ ਸਟੇਟ, ਕਿ ਡੀਪ ਸਟੇਟ ਇੱਕ ਆਪਣਾ ਕੰਮ ਕਰਦੀ ਹੈ ਔਰ ਸਾਰੀ ਗੇਮ ਡੀਪ ਸਟੇਟ ਦੇ ਹੱਥ ਦੇ ਵਿੱਚ ਹੁੰਦੀ ਹੈ। ਇਹ ਕੀ ਚੀਜ਼ ਹੈ ਜਿਹੜੀ ਡੀਪ ਸਟੇਟ ਵਰਕ ਕਰਦੀ ਹੈ ਹਰ ਕੰਮ ਦੇ ਪਿੱਛੇ? ਉਹ ਜਿਹੜੀ ਦੇਖੋ, ਇਹ ਸਿਰਫ ਪੰਜਾਬ 'ਚ ਹੀ ਨਹੀਂ ਹੈ, ਇਹ ਵਰਲਡ ਵਾਈਡ ਹੈ, ਸਿਰਫ ਇੰਡੀਆ 'ਚ ਨਹੀਂ ਹੈ। ਕਿਉਂਕਿ ਜਿੱਥੇ ਵੀ ਪਾਲਿਸੀ ਡਿਸੀਜਨਸ ਹੁੰਦੇ ਨੇ, ਜਿੱਥੇ ਵੀ ਲੌਂਗ ਟਰਮ ਪਾਲਿਸੀ ਡਿਸੀਜਨਸ ਹੁੰਦੇ ਨੇ, ਇੱਕ ਡੀਪ ਸਟੇਟ ਪਿੱਛੇ ਕੰਮ ਜ਼ਰੂਰ ਕਰਦੀ ਹੈ। ਇਹ ਕੁਝ ਹੁੰਦੀ ਹੈ ਡੀਪ ਸਟੇਟਸ ਜਦੋਂ ਕੰਮ ਕਰਦੀ ਹੈ, ਉਹ ਕੰਟਰੀ ਲਈ ਜਾਂ ਸਟੇਟ ਦੀ ਭਲਾਈ ਵੱਲ ਦੇਖਦੀਆਂ। ਦੂਜੀ ਹੁੰਦੀਆਂ ਕਿ ਜਿਹੜਾ ਆਪਣੇ ਪਰਸਨਲ ਇੰਟਰਸਟ ਵੱਲ ਦੇਖਦੀਆਂ, ਜਾਂ ਆਪਣੇ ਜਿਹੜੇ ਮੇਰੇ ਪੋਲੀਟੀਸ਼ੀਅਨਸ ਦੋਸਤ ਹੈ ਜਾਂ ਦੂਜੇ ਅਫਸਰ ਦੋਸਤ ਹੈ, ਉਹਨਾਂ ਲਈ ਭਲਾਈ ਲਈ ਕੰਮ ਕਰਦੀਆਂ। ਸੋ ਬੇਸਿਕਲੀ ਜਿਹੜੇ ਪਾਲਿਸੀ ਥਿੰਕਰਸ ਹੁੰਦੇ ਆ, ਪਾਲਿਸੀ ਬਣਾਉਣ ਵਾਲੇ ਹੁੰਦੇ ਆ, ਜਿਹੜੇ ਐਟ ਦ ਬੈਕ ਐਂਡ ਹੁੰਦੇ ਆ, ਜਿਨ੍ਹਾਂ ਦੀ ਸ਼ਕਲ ਸ਼ਾਇਦ ਅਸੀਂ ਸਾਰਿਆਂ ਨੇ ਨਹੀਂ ਦੇਖੀ ਹੁੰਦੀ, ਉਹ ਜਿਹੜਾ ਕੰਮ ਹੈ ਨਾ, ਉਹ ਡੀਪ ਸਟੇਟ ਵਾਲੇ ਕਰਦੇ ਨੇ, ਐਡਵਾਈਜ਼ ਵੀ ਕਰਦੇ ਨੇ। ਲੇਕਿਨ ਇਹ ਦੇਖਣਾ ਹੈ ਕਿ ਉਹ ਭਾਰਤ ਦੀ ਜਾਂ ਸਟੇਟ ਦੀ ਅੱਛਾਈ ਲਈ ਕੰਮ ਕਰ ਰਹੇ ਨੇ, ਜਾਂ ਕਿਸੇ ਦੇ ਪਰਸਨਲ ਇੰਟਰਸਟ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਨੇ। ਜੀ, ਔਰ ਅਸੀਂ ਇਹੀ ਦੁਆ ਕਰਾਂਗੇ ਕਿ ਜੋ ਵੀ ਹੋਵੇ ਸਾਰਿਆਂ ਦੇ ਇੰਟਰਸਟ 'ਚ ਹੋਵੇ ਔਰ ਸਾਰਿਆਂ ਦੀ ਭਲਾਈ ਵਾਸਤੇ ਹੋਵੇ, ਕਿਉਂਕਿ ਜੋ ਕੋਈ ਇਨਸਾਨ ਦੂਜੇ ਦਾ ਬੁਰਾ ਸੋਚ ਕੇ ਵੀ ਕੋਈ ਕੰਮ ਕਰਦਾ ਨਾ, ਅੰਤ ਵਿੱਚ ਉਹਦਾ ਆਪਣਾ ਵੀ ਬੁਰਾ ਹੁੰਦਾ ਹੈ, ਕਿਉਂਕਿ ਇਹ ਤੇ ਕੁਦਰਤ ਦਾ ਨਿਯਮ ਹੈ, ਇਹ ਤੇ ਗੁਰੂ ਸਾਹਿਬਾਨ ਦੀ ਸਿੱਖਿਆ ਹੈ। ਜੇ ਅੱਜ ਅਸੀਂ ਕਿਸੇ ਨੂੰ ਡਰਾਵਾਂਗੇ ਤੇ ਕੱਲ ਨੂੰ ਕੋਈ ਸਾਨੂੰ ਵੀ ਡਰਾਏਗਾ। ਔਰ ਦਸ਼ਮੇਸ਼ ਪਿਤਾ ਕਹਿੰਦੇ ਨੇ ਕਿ ਜੋ ਸੂਰਮਾ ਹੁੰਦਾ ਹੈ ਉਹ ਨਾ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਕਿਸੇ ਕੋਲੋਂ ਡਰਦਾ ਹੈ। ਸਿੱਧੀ ਸਾਦੀ ਗੱਲ ਹੈ। ਜਦੋਂ ਅਸੀਂ ਕੰਮ ਕਰਨਾ ਤਾਂ ਲੋਕਾਂ ਵਾਸਤੇ ਕਰੀਏ, ਸਟੇਟ ਵਾਸਤੇ ਕਰੀਏ, ਮਿਲ ਜੁਲ ਕੇ ਕਰੀਏ। ਔਰ ਡੈਮੋਕ੍ਰੇਸੀ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇ ਲੋਕ ਵੀ ਸਰਕਾਰ ਦਾ ਸਾਥ ਦੇਣ ਤੇ ਸਰਕਾਰ ਲੋਕਾਂ ਦਾ ਸਾਥ ਦੇਵੇ, ਤਾਂ ਹੀ ਖਜ਼ਾਨੇ ਭਰ ਸਕਦੇ ਨੇ, ਤਾਂ ਹੀ ਇਕਨੋਮੀ ਖੜੀ ਹੋ ਸਕਦੀ ਹੈ। ਇਹ ਪਰਸਨਲ ਇੰਟਰਸਟ, ਸੌੜੇ ਹਿੱਤ, ਸੌੜੀ ਰਾਜਨੀਤੀ, ਇਹਨੂੰ ਛੱਡ ਦਈਏ ਇਸ ਵਕਤ, ਕਿਉਂਕਿ ਇਸ ਵਕਤ ਸਿਚੁਏਸ਼ਨ ਇਹ ਬਣੀ ਹੋਈ ਹੈ ਕਿ ਜੇ ਸਟੇਟ ਜਿਉਂਦੀ ਰਹਿੰਦੀ ਹੈ, ਸਟੇਟ ਦੇ ਲੋਕ ਜਿਉਂਦੇ ਰਹਿੰਦੇ ਨੇ, ਤਾਂ ਹੀ ਰਾਜਨੀਤੀ ਜਿਉਂਦੀ ਰਹਿ ਸਕਦੀ ਹੈ, ਤਾਂ ਹੀ ਜੀਵਨ ਜਿਉਂਦਾ ਰਹਿ ਸਕਦਾ ਹੈ। ਸੋ ਕੁਝ ਫਾਈਨਲ ਕਮੈਂਟ ਤੁਹਾਡੇ ਵੱਲੋਂ ਸੰਜੀਵ ਜੀ? ਮੈਂ ਤੇ ਸਿਰਫ ਇਹੀ ਕਹਾਂਗਾ ਕਿ ਪੰਜਾਬ ਸਟੇਟ, ਮੈਂ ਵੀ ਪੰਜਾਬ ਸਟੇਟ ਨੂੰ ਬਿਲੋਂਗ ਕਰਦਾ ਜੀ, ਉਹ ਅੱਜ ਦੀ ਤਰੀਕ ਦੇ ਵਿੱਚ ਇੱਕ ਅੰਧੇਰੇ 'ਚ ਡੁੱਬਿਆ ਹੋਇਆ ਸਟੇਟ ਹੈ। ਜਿਵੇਂ ਕਿ ਤੁਸੀਂ ਕਿਹਾ, ਲੋਕਾਂ ਨੂੰ ਵੀ ਉਸ ਨੂੰ ਬਾਹਰ ਲੈ ਕੇ ਆਉਣ ਲਈ ਮਿਹਨਤ ਕਰਨੀ ਚਾਹੀਦੀ ਹੈ। ਹਾਲਾਂਕਿ ਮੈਂ ਕਹਾਂਗਾ ਕਿ ਜਿਹੜਾ ਅਸੀਂ ਕਹਿੰਦੇ ਸੀਗੇ ਕਿ ਜੀ ਪੰਜਾਬੀ ਜਿਹੜਾ ਉਹ ਕੈਨੇਡਾ ਭੱਜਣ ਨੂੰ ਤੁਰਿਆ ਰਹਿੰਦਾ ਜੀ, ਉਸ ਤੇ ਸਰਕਾਰ ਨੇ ਕੁਝ ਕੰਮ ਕਰਨਾ ਸ਼ੁਰੂ ਕੀਤਾ। ਕੁਝ ਉਹਨਾਂ ਨੇ ਡਾਟਾ ਵੀ ਇਕੱਠਾ ਕੀਤਾ, ਕੁਝ ਉਹਨਾਂ ਨੇ ਡਿਸੀਜ਼ਨ ਵੀ ਲੈ ਰਹੇ ਨੇ ਕਿ ਅਸੀਂ ਕਿੱਦਾਂ ਪੰਜਾਬੀਆਂ ਨੂੰ ਆਪਣੇ ਕੋਲ ਰੱਖਣਗੇ, ਤਾਂ ਹੀ ਜੇ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ। ਤੇ ਜਿਸ ਤਰ੍ਹਾਂ ਉਹ ਨੌਕਰੀਆਂ ਲੱਭ ਰਹੇ ਨੇ, ਜੇ ਇਸੇ ਤਰ੍ਹਾਂ ਨਾਲ ਅਸੀਂ ਪੰਜਾਬੀਆਂ ਨੂੰ ਨੌਕਰੀ ਦਿੰਦੇ ਰਹੀਏ, ਅੱਗੇ ਅੱਗੇ ਵੱਧਦੇ ਰਹੀਏ, ਤਾਂ ਸ਼ਾਇਦ ਇਹ ਵਾਲਾ ਇੱਕ ਤਾਂ ਜਿਹੜਾ ਅੰਧੇਰਾ ਉਹ ਘਟ ਜਾਏਗਾ। ਦੂਸਰਾ, ਮੇਰੀ ਸਲਾਹ, ਪਰਸਨਲ ਸਲਾਹ ਇਹ ਹੈ ਕਿ ਜਿੰਨੇ ਅਸੀਂ ਫ੍ਰੀ ਦੀਆਂ ਚੀਜ਼ਾਂ ਅਸੀਂ ਦੇ ਰਹੇ ਹਾਂ, ਉਹਨੂੰ ਥੋੜ੍ਹਾ ਜਿਹਾ ਰਿਵਿਊ ਕੀਤਾ ਜਾਵੇ ਕਿ ਕਿਆ ਜਿਹੜੇ ਇਸ ਚੀਜ਼ ਦਾ ਫਾਇਦਾ ਉਠਾ ਰਹੇ ਨੇ ਉਹ ਰੀਅਲੀ ਇਹਨੂੰ ਡਿਜ਼ਰਵ ਕਰਦੇ ਨੇ, ਜਾਂ ਅਨਡਿਜ਼ਰਵਿੰਗ ਨੂੰ ਵੀ ਅਸੀਂ ਫ੍ਰੀ ਦੀਆਂ ਚੀਜ਼ਾਂ ਦੇ ਰਹੇ ਹਾਂ। ਕਿਉਂਕਿ ਮਨਾ ਤੇ ਕੋਈ ਵੀ ਨਹੀਂ ਕਰੇਗਾ ਜਦੋਂ ਇੱਕ ਫ੍ਰੀ ਦੀ ਬਿਜਲੀ ਮਿਲਦੀ ਹੈ, ਪਰ ਇੱਕ ਵਾਰੀ ਰਿਵਿਊ ਕਰਕੇ ਦੇਖੀਏ ਕਿ ਸ਼ਾਇਦ ਅਸੀਂ ਇਸ ਤੋਂ ਬਾਹਰ ਆ ਸਕੀਏ। ਬਿਲਕੁਲ ਜੀ, ਜਦੋਂ ਗੋਲ ਗੱਪੇ ਖਾਂਦੇ ਹੋਏ ਹੈ ਨਾ, ਤੇ 5ਵੇਂ ਤੋਂ ਬਾਅਦ 6ਵਾਂ ਗੋਲ ਗੱਪਾ ਫ੍ਰੀ ਮਿਲ ਜਾਵੇ, ਉਹ ਜ਼ਿਆਦਾ ਟੇਸਟੀ ਲੱਗਦਾ ਹੈ। ਤੇ ਦੁੱਧ ਵਾਲਾ ਜਦੋਂ ਦੁੱਧ ਪਾਉਂਦਾ ਹੈ ਨਾ, ਕਿਲੋ ਦੁੱਧ ਪਾਉਣ ਤੋਂ ਬਾਅਦ ਜਿਹੜਾ ਥੋੜਾ ਜਿਹਾ ਉੱਤੋਂ ਪਾਉਂਦਾ ਹੈ ਨਾ, ਉਹ ਬੜਾ ਸਵਾਦ ਆਉਂਦਾ ਸਾਨੂੰ, ਫ੍ਰੀ ਦੀ ਚੀਜ਼। ਜੀ ਸੰਜੀਵ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਸਬਜੈਕਟ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ, ਸਾਡੇ ਦਰਸ਼ਕਾਂ ਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ ਸਰ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਇਸ ਸਬਜੈਕਟ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।